ਸਤਿ ਸ਼੍ਰੀ ਅਕਾਲ ਜੀ। ਵੈਲਕਮ ਟੂ ਦ ਸੈਕੰਡ ਲੈਕਚਰ ਆਫ ਦ ਵੀਡੀਓ ਸੀਰੀਜ਼ ਜਿਸ ਵਿੱਚ ਆਪਾਂ 10 MCQ ਡਿਸਕਸ ਕਰ ਰਹੇ ਹਾਂ ਜੀਓਗ੍ਰਾਫੀ ਤੇ। ਸੋ ਲੈਟਸ ਸਟਾਰਟ ਵਿਦ ਟੁਡੇ ਸੈਸ਼ਨ। ਅੱਜ ਦੇ ਸੈਸ਼ਨ ਵਿੱਚ ਆਪਾਂ ਡਿਸਕਸ ਕਰਾਂਗੇ ਮੇਜਰਲੀ ਜਿਹੜੇ ਟੌਪਿਕਸ ਨੇ, ਲੈਟਸ ਸੇ ਰਿਲੇਟਡ ਟੂ ਐਵੋਲੂਸ਼ਨ ਆਫ ਅਰਥਸ ਐਟਮੋਸਫੇਅਰ। ਫਿਰ ਆਪਾਂ ਗੱਲ ਕਰਾਂਗੇ ਰਿਲੇਟਡ ਟੂ ਲੈਟੀਟਿਊਡਸ, ਰਿਲੇਟਡ ਟੂ ਲੌਂਗੀਟਿਊਡਸ। ਫਿਰ ਆਪਾਂ ਇੱਕ ਹੋਰ ਇੰਪੋਰਟੈਂਟ ਥੀਮ ਕਵਰ ਕਰਾਂਗੇ, ਆਪਾਂ ਕਵਰ ਕਰਾਂਗੇ ਕੰਸੈਪਟ ਰਿਲੇਟਡ ਟੂ ਗ੍ਰੇਟ ਸਰਕਲ। ਉਸ ਤੋਂ ਬਾਅਦ ਆਪਾਂ ਕਵਰ ਕਰਾਂਗੇ ਟਾਈਮ ਐਂਡ ਡੇਟ। ਇਹ ਮੇਜਰ ਥੀਮਸ ਬਣਦੀਆਂ ਜੀ ਜਿਨ੍ਹਾਂ ਦੇ ਅਰਾਊਂਡ ਤੁਹਾਡੇ ਤੋਂ ਕੁਐਸਚਨ ਪੁੱਛਿਆ ਜਾ ਸਕਦਾ ਹੈ, ਤੇ ਸਾਡਾ ਪਰਪਸ ਵੀ ਆਹੀ ਰਹਿੰਦਾ ਹੈ ਇਸ ਸੀਰੀਜ਼ ਦੇ ਰਾਹੀਂ ਤੁਹਾਡੀ ਮੇਜਰ ਥੀਮਸ ਨੂੰ ਕਵਰ ਕੀਤਾ ਜਾਵੇ ਤਾਂ ਕਿ ਤੁਸੀਂ ਉਹਨਾਂ ਨੂੰ ਰਿਵਾਈਜ਼ ਚੰਗੀ ਤਰ੍ਹਾਂ ਕਰ ਸਕੋ। ਚਲੋ let's start with the first question. Consider the following statements regarding the evolution of earth's atmosphere. Atmosphere ਦੀ evolution ਦੀ ਗੱਲ ਹੋ ਰਹੀ ਹੈ ਅਰਥ ਦੀ। The first statement that we have, primordial. Primordial ਮਤਲਬ ਪਹਿਲਾ, ਜਦੋਂ ਅਰਥ ਬਣੀ ਸੀ ਉਸ ਟਾਈਮ ਦੀ ਗੱਲ ਹੋ ਰਹੀ ਹੈ, ਉਸ ਤੋਂ ਪਹਿਲਾਂ ਦੀ ਨਹੀਂ ਹੋ ਰਹੀ, ਉਸ ਤੋਂ ਬਾਅਦ ਦੀ ਗੱਲ ਨਹੀਂ, ਜਦੋਂ ਅਰਥ ਬਣੀ ਸੀਗੀ ਪ੍ਰਾਈਮੋਰਡੀਅਲ ਦੀ ਗੱਲ ਹੋ ਰਹੀ ਹੈ। ਫਸਟ ਐਟਮੋਸਫੇਅਰ that earth had consists mainly of hydrogen and helium. ਹੁਣ ਸਟੇਟਮੈਂਟ ਇੱਕ ਹੈ, ਫੈਕਟ ਦੋ ਪੁੱਛੇ ਗਏ। ਪਹਿਲਾ ਫੈਕਟ ਕਹਿੰਦਾ ਹੈ ਕਿ ਜਿਹੜਾ ਪ੍ਰਾਈਮੋਰਡੀਅਲ ਐਟਮੋਸਫੇਅਰ ਸੀਗਾ ਆਪਣਾ, ਉਹਦੇ ਵਿੱਚ ਪ੍ਰਾਇਮਰੀਲੀ ਕੀ ਸੀਗਾ, ਹਾਈਡਰੋਜਨ ਤੇ ਹੀਲੀਅਮ ਸੀਗਾ। ਸੈਕਿੰਡ ਫੈਕਟ ਹੈ it was lost primarily due to the solar winds. ਹੁਣ solar winds ਕੀ ਹੁੰਦਾ ਇਹ ਵੀ ਦੇਖਦੇ ਆਪਾਂ। ਪਹਿਲਾਂ ਇਸ ਗੱਲ ਤੇ ਆਉਂਦੇ ਹਾਂ ਕਿ ਅਰਥ ਦਾ ਜਿਹੜਾ ਅਰਲੀ ਐਟਮੋਸਫੇਅਰ ਸੀਗਾ ਉਹ ਹਾਈਡਰੋਜਨ ਤੇ ਹੀਲੀਅਮ ਦਾ ਸੀ ਕਿ ਨਹੀਂ ਸੀ। ਦ ਫੈਕਟ ਸੇਜ਼ ਯੈਸ, ਬਿਲਕੁਲ ਸੀਗਾ ਜੀ। ਕੰਸੈਪਚੁਅਲ ਵੀ ਆਪਾਂ ਦੇਖਾਂਗੇ ਕਿਉਂਕਿ ਜਿਹੜਾ ਮੇਜਰ ਮਟੀਰੀਅਲ ਸੀਗਾ ਸੋਲਰ ਸਿਸਟਮ ਦਾ ਵੀ, ਇਨਫੈਕਟ ਆਪਾਂ ਸਨ ਦੀ ਵੀ ਗੱਲ ਕਰੀਏ, ਸਨ 98% ਟੋਟਲ ਜੋ ਤੁਹਾਡਾ ਸੋਲਰ ਸਿਸਟਮ ਦਾ ਮਾਸ ਹੈ 98% ਟੋਟਲ ਮਾਸ ਸਨ ਕੋਲ ਹੈ ਉਹਦਾ। ਤੇ ਸਨ ਹਾਈਡਰੋਜਨ ਦਾ ਹੀ ਬਣਿਆ ਹੋਇਆ। ਕੱਲ ਆਪਾਂ ਡਿਸਕਸ ਕੀਤਾ ਸੀਗਾ ਹਾਈਡਰੋਜਨ ਕੋਰ ਦੇ ਵਿੱਚ ਫਿਊਲ ਹੁੰਦਾ ਜਾ ਰਿਹਾ, ਫਿਊਜ਼ ਹੋ ਰਿਹਾ, ਹੀਲੀਅਮ ਬਣਾ ਰਿਹਾ। ਤਾਂ ਹਾਈਡਰੋਜਨ ਤੇ ਹੀਲੀਅਮ ਪਹਿਲੇ ਲਾਈਟ ਐਲੀਮੈਂਟਸ ਬਣਦੇ ਆ ਜੀ, ਇਹਨਾਂ ਨੂੰ ਆਪਾਂ ਲਾਈਟ ਐਲੀਮੈਂਟਸ ਵੀ ਕਹਿੰਦੇ ਹਾਂ। ਇਵੈਂਚੁਅਲੀ ਤਾਂ ਆਪਾਂ ਗੱਲ ਕਰਦੇ ਹਾਂ, ਲੈਟਸ ਸੇ ਕਾਰਬਨ ਦੀ ਗੱਲ ਕਰਦੇ ਹਾਂ, ਆਪਾਂ ਆਕਸੀਜਨ ਦੀ ਗੱਲ ਕਰਦੇ ਹਾਂ, ਆਪਾਂ ਆਇਰਨ ਦੀ ਗੱਲ ਕਰਦੇ ਹਾਂ, ਉਹ ਸਾਰੇ ਹੈਵੀ ਐਲੀਮੈਂਟਸ ਹੈ ਜੀ। ਲਾਈਟ ਐਲੀਮੈਂਟਸ ਹਾਈਡਰੋਜਨ, ਹੀਲੀਅਮ, ਲਿਥੀਅਮ ਐਂਡ ਆਲ ਦੈਟ, ਇਹ ਸਾਰੇ ਜਿਹੜੇ ਲਾਈਟ। ਸੋ ਐਨੀਵੇਜ਼ ਆਪਾਂ ਇਹਦੀ ਗੱਲ ਕਰਦੇ ਹਾਂ ਉਰੇ। ਅਰਥ ਦਾ ਅਰਲੀ ਐਟਮੋਸਫੇਅਰ ਇਟ ਕੰਸਿਸਟਡ ਆਫ ਹਾਈਡਰੋਜਨ ਐਂਡ ਹੀਲੀਅਮ, ਕਿਉਂਕਿ ਇਹ ਲਾਈਟ ਐਲੀਮੈਂਟ ਸੀਗੇ ਤੇ ਇਹਨਾਂ ਦੀ ਹੀ ਫਿਊਜ਼ਨ ਨਾਲ ਬਾਕੀ ਸਾਰੇ ਐਲੀਮੈਂਟਸ ਬਣੇ ਆ। ਜਿਵੇਂ ਸੁਪਰਨੋਵਾ ਐਕਸਪਲੋਜਨ ਕੱਲ ਆਪਾਂ ਕਵਰ ਕੀਤਾ ਸੀਗਾ, ਜਦੋਂ ਐਕਸਪਲੋਜਨ ਹੁੰਦਾ ਉਸ ਤੋਂ ਥੋੜੇ ਹੈਵੀਅਰ ਐਲੀਮੈਂਟਸ ਬਣ ਜਾਂਦੇ, ਬਟ ਇਨੀਸ਼ੀਅਲੀ ਜਿਹੜਾ ਤੁਹਾਡਾ ਮੈਟਰ ਹੈ ਉਹ ਹਾਈਡਰੋਜਨ ਤੇ ਹੀਲੀਅਮ ਦਾ ਹੀ ਬਣਦਾ। ਤੇ ਅਰਾਊਂਡ ਦਾ ਤੁਸੀਂ ਯੂਨੀਵਰਸ ਦੇਖੋਗੇ ਤਾਂ ਮੇਜਰਲੀ ਹਾਈਡਰੋਜਨ ਤੇ ਹੀਲੀਅਮ ਹੀ ਮਿਲਣ ਵਾਲਾ। ਤਾਂ ਅਰਥ ਦਾ ਜਿਹੜਾ ਪਹਿਲਾ ਐਟਮੋਸਫੇਅਰ ਸੀਗਾ ਉਹ ਹਾਈਡਰੋਜਨ ਤੇ ਹੀਲੀਅਮ ਦਾ ਸੀਗਾ। ਅੱਜ ਦੇ ਟਾਈਮ ਤੇ ਆਪਾਂ ਐਟਮੋਸਫੇਅਰ ਦੀ ਗੱਲ ਕਰਦੇ ਹਾਂ ਤਾਂ ਵੀ ਸੀ ਕਿ ਮੇਜਰਲੀ ਨਾਈਟ੍ਰੋਜਨ ਹੈ, ਦੈਨ ਆਕਸੀਜਨ, ਦੈਨ ਵੀ ਹੈਵ ਅਦਰ ਗੈਸਿਸ, ਆਰਗਨ ਹੋ ਗਿਆ, ਕਾਰਬਨ ਡਾਈਆਕਸਾਈਡ ਹੋ ਗਿਆ। ਇਨਫੈਕਟ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਅਰਥ ਦੀ ਜਿਹੜੀ ਐਟਮੋਸਫੇਅਰ ਦੀ ਕੰਪੋਜੀਸ਼ਨ ਹੈ ਉਹਨੂੰ ਇੱਕ ਕ੍ਰੋਨੋਲੋਜੀਕਲ ਆਰਡਰ ਵਿੱਚ ਦਿਖਾਓ। ਲੈਟਸ ਸੇ ਇਨ ਡਿਸੈਂਡਿੰਗ ਆਰਡਰ ਕਿ ਸਭ ਤੋਂ ਪਹਿਲਾਂ ਨਾਈਟ੍ਰੋਜਨ, ਦੈਨ ਆਕਸੀਜਨ, ਦੈਨ ਅਦਰ ਗੈਸਿਸ। ਸੋ ਇਹ ਤੁਹਾਡਾ ਹੋਮਵਰਕ ਹੈ, ਕਮੈਂਟ ਸੈਕਸ਼ਨ ਵਿੱਚ ਮੈਨੂੰ ਚਾਹੀਦਾ ਵੀ ਹੈ। ਐਂਡ was lost primarily due to solar winds, ਬਿਲਕੁਲ ਸਹੀ ਗੱਲ ਹੈ, ਇਹ ਸਟੇਟਮੈਂਟ ਸਹੀ ਹੈ। ਜਿਹੜਾ ਇਨੀਸ਼ੀਅਲੀ ਜਿਹੜਾ ਲਾਈਟ ਐਲੀਮੈਂਟ ਸੀਗੇ ਹਾਈਡਰੋਜਨ ਹੀਲੀਅਮ ਦੀ ਗੱਲ ਕਰੇ ਜੋ ਐਟਮੋਸਫੇਅਰ ਬਣਾ ਰਹੇ ਸੀਗੇ, they were swept away by the solar winds. solar winds ਕਿੱਥੋਂ ਆ ਰਹੀਆਂ, ਸਨ ਤੋਂ ਆ ਰਹੀਆਂ। solar winds ਅੱਜ ਵੀ ਚੱਲਦੀ ਜਾ ਰਹੀ ਹੈ, ਬਿਲਕੁਲ ਚੱਲਦੀ ਜਾ ਰਹੀ ਹੈ। solar winds ਨੇ ਲਾਈਟ ਐਲੀਮੈਂਟਸ ਨੂੰ ਸਵੀਪ ਅਵੇ ਕਰਤਾ ਜੀ, ਲਾਈਟ ਐਲੀਮੈਂਟਸ ਨੂੰ ਸਵੀਪ ਅਵੇ ਕਰਤਾ। ਅੱਜ ਦੇ ਟਾਈਮ ਤੇ ਆਪਾਂ ਕਹਿੰਦੇ ਹਾਂ ਕਿ ਅੱਜ ਕਿਉਂ ਨਹੀਂ ਕਰ ਪਾ ਰਹੀ, ਇੱਕ ਤਾਂ ਤੁਸੀਂ ਆ ਦੇਖੋ ਕਿ ਅਰਥ ਦੇ ਕੋਲ ਹੁਣ ਜਿਹੜਾ ਐਟਮੋਸਫੇਅਰ ਹੈਗਾ ਉਹਦੇ ਵਿੱਚ ਹੈਵੀਅਰ ਐਲੀਮੈਂਟਸ ਆ ਚੁੱਕੇ ਆ, ਲਾਈਟਰ ਐਲੀਮੈਂਟਸ ਜਿਹੜੇ ਸੀਗੇ ਦੇ ਗॉट ਸਵਿਫਟ ਅਵੇ। ਸੋ ਦ ਆਪਸ਼ਨ ਜਾਂ ਦ ਸਟੇਟਮੈਂਟ 1 ਇਜ਼ ਕਰੈਕਟ। Second statement, secondary atmosphere was formed through volcanic degassing, releasing gases such as water vapor, carbon dioxide, nitrogen, methane, and ammonia with very free little oxygen. ਆਕਸੀਜਨ ਫ੍ਰੀ ਆਕਸੀਜਨ ਦੀ ਗੱਲ ਨਹੀਂ ਹੋ ਰਹੀ ਉਰੇ, ਬਾਕੀ ਗੈਸਿਸ ਦੀ ਗੱਲ ਹੋ ਰਹੀ ਹੈ। ਨਾਈਟ੍ਰੋਜਨ ਹੋ ਗਿਆ, ਮੀਥੇਨ ਹੋ ਗਿਆ, ਵਾਟਰ ਵੇਪਰ ਹੋ ਗਿਆ, CO2 ਹੋ ਗਿਆ। ਕਹਿੰਦੇ ਇਹ ਬਣਨੀ ਸ਼ੁਰੂ ਹੋਈ ਸੈਕਿੰਡ ਸਟੇਜ ਦੇ ਵਿੱਚ ਆਪਣੇ ਐਟਮੋਸਫੇਅਰ ਦੇ। ਕਿਉਂ? ਕਿਉਂਕਿ ਰੈਗੂਲਰਲੀ ਜਿਹੜੀ ਅਰਥ ਜਦੋਂ ਪਹਿਲਾਂ ਬਣੀ ਸੀਗੀ ਇਟ ਵਾਜ਼ ਅ ਮੋਲਟਨ ਸਫੇਅਰ, ਉਹਦਾ ਟੈਂਪਰੇਚਰ ਬਹੁਤ ਹਾਈ ਸੀਗਾ, ਪਰ ਹੌਲੀ ਹੌਲੀ ਉਹ ਕੂਲ ਡਾਊਨ ਹੋਣਾ ਸ਼ੁਰੂ ਹੋਈ। ਉਹਦੇ ਵਿੱਚ ਇੱਕ ਬਹੁਤ ਵੱਡਾ ਰੋਲ ਪਲੇ ਕੀਤਾ ਸੀਗਾ ਵੋਲਕੈਨਿਕ ਇਰਪਸ਼ਨਸ ਨੇ।
ਵੋਲਕੈਨਿਕ ਇਰਪਸ਼ਨਸ ਕੀ ਕਰ ਰਹੀ ਸੀਗੀਆਂ, ਜਿਹੜੀ ਅਰਥ ਦੇ ਅੰਦਰ ਦੀ ਹੀਟ ਹੈ ਉਸਨੂੰ ਬਾਹਰ ਰਿਲੀਜ਼ ਕਰ ਰਹੀ ਸੀ, ਬਾਹਰ ਰਿਲੀਜ਼ ਕਰ ਰਹੀ ਸੀਗੀ, ਤਾਂ ਅਰਥ ਠੰਡੀ ਹੁੰਦੀ ਜਾ ਰਹੀ ਸੀਗੀ। ਉਹਦੇ ਨਾਲ ਕੀ ਹੋ ਰਿਹਾ ਸੀਗਾ, ਜਦੋਂ ਗੈਸਿਸ ਬਾਹਰ ਆ, ਹੀਟ ਬਾਹਰ ਆ ਰਹੀ ਸੀ, ਉਹਦੇ ਨਾਲ ਕੁਝ ਗੈਸਿਸ ਵੀ ਐਸਕੇਪ ਕਰ ਰਹੀ ਸੀਗੀਆਂ। ਉਹਨਾਂ ਵਿੱਚੋਂ ਵਾਟਰ ਵੇਪਰ ਸੀਗਾ, ਕਾਰਬਨ ਡਾਈਆਕਸਾਈਡ ਸੀਗਾ, ਨਾਈਟ੍ਰੋਜਨ, ਮੀਥੇਨ, ਅਮੋਨੀਆ, ਇਹ ਸਭ ਸੀਗੇ। ਹਾਂ, ਫ੍ਰੀ ਆਕਸੀਜਨ ਨਹੀਂ ਸੀ। ਫ੍ਰੀ ਆਕਸੀਜਨ ਕਦੋਂ ਆਊਗੀ? ਫ੍ਰੀ ਆਕਸੀਜਨ ਉਦੋਂ ਆਊਗੀ ਜਦੋਂ ਆਪਾਂ ਫੋਟੋਸਿੰਥੇਸਿਸ ਦੀ ਗੱਲ ਕਰਾਂਗੇ। ਤਾਂ ਸੈਕਿੰਡ ਸਟੇਜ ਦੇ ਵਿੱਚ ਕੋਈ ਫੋਟੋਸਿੰਥੇਸਿਸ ਨਹੀਂ ਹੋ ਰਹੀ, ਤਾਂ ਆਪਸ਼ਨ 2 ਜਾਂ ਆਈ ਵੁੱਡ ਸੇ ਸਟੇਟਮੈਂਟ 2 ਇਜ਼ ਆਲਸੋ ਕਰੈਕਟ। Then comes third statement. The third stage of atmospheric evolution involved the rapid accumulation of free oxygen around 3.8 billion years ago, immediately after the formation of oceans. All right. ਜੇ ਮੈਂ ਤੁਹਾਨੂੰ ਪੁੱਛਾਂ ਕਿ ਅਰਥ ਦੀ ਏਜ ਕੀ ਹੈ, ਤਾਂ ਬਹੁਤ ਸਾਰੇ ਬੱਚੇ ਸਹੀ ਗੈਸ ਕਰਨਗੇ ਕਿ ਸਰ ਅਰਾਊਂਡ 4.5 ਬਿਲੀਅਨ ਈਅਰਸ ਅਗੋ। ਆਲ ਰਾਈਟ, ਸਹੀ ਹੈ। ਉਸ ਤੋਂ ਬਾਅਦ ਮੈਂ ਪੁੱਛਾਂ ਕਿ ਓਸ਼ੀਅਨਸ ਕਦੋਂ ਬਣਨਾ ਸ਼ੁਰੂ ਹੋਏ, ਤੁਸੀਂ ਕਹੋਗੇ ਸਰ ਓਸ਼ੀਅਨਸ ਵੀ ਕੁਛ ਇਸ ਟਾਈਮ ਦੇ ਅਰਾਊਂਡ ਬਣਨਾ ਸ਼ੁਰੂ ਹੋ ਰਿਹਾ ਜਿੱਦਾਂ ਤੁਸੀਂ ਕਹਿ ਰਹੇ ਹੋ। ਆ ਦੇਖੋ 3.8 ਬਿਲੀਅਨ ਈਅਰਸ ਅਗੋ, ਅੱਜ ਤੋਂ 3.8 ਬਿਲੀਅਨ ਈਅਰਸ ਪਹਿਲਾਂ ਓਸ਼ੀਅਨਸ ਬਣਨਾ ਸ਼ੁਰੂ ਹੋ ਚੁੱਕੇ ਸੀਗੇ, ਪਾਣੀ ਆਉਣਾ ਸ਼ੁਰੂ ਹੋ ਚੁੱਕਿਆ ਸੀਗਾ ਓਸ਼ੀਅਨਸ ਦੇ ਵਿੱਚ। ਪਰ ਕਿਆ ਉਦੋਂ ਫ੍ਰੀ ਆਕਸੀਜਨ ਵੀ ਐਟਮੋਸਫੇਅਰ ਵਿੱਚ ਪਹੁੰਚਣਾ ਸ਼ੁਰੂ ਹੋ ਚੁੱਕੀ ਸੀ? ਦੀ ਆਂਸਰ ਇਜ਼ ਨੋ। ਕਿਉਂ? ਕਿਉਂਕਿ ਫ੍ਰੀ ਆਕਸੀਜਨ ਤਾਂ ਉਦੋਂ ਪਹੁੰਚੀ ਜਦੋਂ ਫੋਟੋਸਿੰਥੇਸਿਸ ਡਿਵੈਲਪ ਹੋ ਗਿਆ ਪੂਰਾ। ਇਨੀਸ਼ੀਅਲੀ ਜਿਹੜੀ ਲਾਈਫ ਆਈ ਸੀਗੀ, ਇਨੀਸ਼ੀਅਲੀ ਲਾਈਫ ਜਿਹੜੀ ਸੀਗੀ ਉਹ ਨਾ ਫੋਟੋਸਿੰਥੇਸਿਸ ਦੇ ਅਰਾਊਂਡ ਰਿਵੋਲਵ ਨਹੀਂ ਕਰ ਰਹੀ ਸੀਗੀ। ਦੇਰ ਵਰ ਫਿਊ ਪ੍ਰੋਕੈਰੀਓਟਿਕ ਆਰਗੈਨਿਜ਼ਮਸ, ਜਿਹੜੇ ਸਿੰਗਲ ਸੈਲ ਬੈਕਟੀਰੀਆ ਸੁਣਿਆ, ਅਮੀਬਾ ਹੋ ਗਏ, ਉਹ ਹੁੰਦੇ ਸੀਗੇ, ਬਟ ਉਹ ਨਾ ਫੋਟੋਸਿੰਥੇਸਿਸ ਤੇ ਰਿਲਾਈ ਨਹੀਂ ਕਰਦੇ ਸੀਗੇ। ਉਹ ਲੈਟਸ ਸੇ ਆਪਣੇ ਆਪ ਨੂੰ એનર્ਜੀ ਦੇਣ ਵਾਸਤੇ ਦੇ ਯੂਜ਼ ਟੂ ਲਿਵ ਇਨ ਹਾਈਡਰੋਥਰਮਲ ਵੈਂਟਸ, ਕੈਮੀਕਲ ਰਿਐਕਸ਼ਨਸ ਨੂੰ ਯੂਜ਼ ਕਰਕੇ ਉਹ, ਠੀਕ ਹੈ, ਕੈਮੀਕਲਸ ਨੂੰ ਯੂਜ਼ ਕਰਕੇ ਉਹ ਆਪਣੇ ਆਪ ਨੂੰ એનર્ਜੀ ਦਿੰਦੇ ਸੀਗੇ, ਬਟ ਨਾਟ ਫੋਟੋਸਿੰਥੇਸਿਸ। ਫੋਟੋਸਿੰਥੇਸਿਸ ਦੇ ਵਿੱਚ ਕੀ ਹੁੰਦਾ ਹੈ ਕਿ ਇਨ ਦਾ ਪ੍ਰੈਜ਼ੈਂਸ ਆਫ ਸਨਲਾਈਟ ਵਾਟਰ ਨੂੰ ਤੋੜਾ ਜਾਂਦਾ ਹੈ, H2O ਨੂੰ ਤੋੜਿਆ ਜਾਂਦਾ ਹੈ ਤੇ ਫ੍ਰੀ ਆਕਸੀਜਨ ਨੂੰ ਜਨਰੇਟ ਕੀਤਾ ਜਾਂਦਾ ਹੈ। ਉਹ ਫ੍ਰੀ ਆਕਸੀਜਨ ਜਿਹੜੀ ਹੁੰਦੀ ਹੈ ਉਹ ਆਕਸੀਜਨ ਬਾਅਦ ਚ ਐਟਮੋਸਫੇਅਰ ਦੀ ਫਾਰਮ 'ਚ ਜਾਂਦੀ ਹੈ। ਹੁਣ ਫਿਲਹਾਲ ਕੀ ਹੋ ਰਿਹਾ, 3.8 ਬਿਲੀਅਨ ਈਅਰਸ ਅਗੋ ਦੀ ਗੱਲ ਆਪਾਂ ਕਰ ਰਹੇ ਹਾਂ। ਉਰੇ ਕੀ ਹੋਇਆ, ਉਰੇ ਨਾ ਆਕਸੀਜਨ ਜਿਹੜੀ ਹੈਗੀ ਹੈ, ਜਿਹੜੀ ਬਣ ਵੀ ਰਹੀ ਹੈ, ਬਹੁਤ ਘੱਟ ਲੈਵਲ ਤੇ ਬਣ ਰਹੀ ਹੈ। ਹੌਲੀ 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 ਕੀ ਹੋਊਗਾ, ਜਿਹੜੇ ਪਾਣੀ ਦੇ ਵਿੱਚ ਲਾਈਫ ਹੈ ਉੱਥੇ ਨਾ ਆਕਸੀਜਨ ਸੈਚੂਰੇਟ ਹੋਣਾ ਸ਼ੁਰੂ ਹੋਗੀ। ਆਕਸੀਜਨ ਪਹਿਲਾਂ ਪਾਣੀ ਦੇ ਵਿੱਚ ਸੈਚੂਰੇਟ ਹੋਣਾ ਸ਼ੁਰੂ ਹੋ ਗਈ। ਜੇ ਪਾਣੀ ਬਣ ਚੁੱਕਿਆ, ਓਸ਼ੀਅਨਸ ਬਣ ਚੁੱਕੇ ਹਨ, 3.8 ਬਿਲੀਅਨ ਈਅਰਸ ਪਹਿਲਾਂ ਬਣ ਚੁੱਕੇ ਹੈ, ਤਾਂ ਹੁਣ ਲਾਈਫ ਵੀ ਆਊਗੀ। ਲਾਈਫ ਧੀਰੇ 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 ਫੋਟੋਸਿੰਥੈਟਿਕ ਫਾਰਮ ਦੇ ਵਿੱਚ ਇਵੋਲਵ ਹੋਣਾ ਸ਼ੁਰੂ ਕਰੂਗੀ। ਫਿਰ ਉਹ ਆਕਸੀਜਨ ਬਣਾਉਣਾ ਸ਼ੁਰੂ ਕਰੂਗੀ। ਫਿਰ ਉਹ ਆਕਸੀਜਨ ਜਿਹੜੀ ਹੈਗੀ ਹੈ ਪਹਿਲਾਂ ਓਸ਼ੀਅਨਸ ਤੱਕ ਸੀਮਿਤ ਰਹੂਗੀ, ਉਸ ਤੋਂ ਬਾਅਦ ਇਟ ਵਿਲ escape into atmosphere। ਦਿਸ escapement ਪਾਰਟ ਇਹ ਅਲੱਗ ਹੈ। ਇਹ escapement ਉਦੋਂ ਹੋਊਗੀ ਜਦੋਂ ਪਾਣੀ ਜਿਹੜਾ ਹੈਗਾ, ਓਸ਼ੀਅਨਸ ਜਿਹੜੇ ਹੈਗੇ ਸਾਰੇ ਸੈਚੂਰੇਟ ਹੋ ਜਾਣਗੇ। ਉਸ ਤੋਂ ਬਾਅਦ ਨਾ ਉਹ ਆਕਸੀਜਨ ਹੋਲਡ ਹੀ ਨਹੀਂ ਕਰ ਸਕਦੇ। ਹੁਣ ਆਕਸੀਜਨ ਬਾਹਰ ਐਟਮੋਸਫੀਅਰ 'ਚ ਜਾਣਾ ਸ਼ੁਰੂ ਹੋ ਚੁੱਕੀ ਹੈ ਜੀ। ਤਾਂ ਇਹਨੂੰ ਆਪਾਂ ਕਹਿੰਦੇ ਗ੍ਰੇਟ, ਆਪਾਂ ਕਹਿੰਦੇ ਆਕਸੀਜਨੇਸ਼ਨ ਇਵੈਂਟ। ਗ੍ਰੇਟ ਆਕਸੀਜਨੇਸ਼ਨ ਇਵੈਂਟ ਇਹ ਥਰਡ ਸਟੇਜ ਹੈ ਜੀ। ਥਰਡ ਸਟੇਜ ਜਿਹੜੀ ਆਪਾਂ ਅੱਜ ਗੱਲ ਕਰਦੇ ਹਾਂ ਕਿ ਐਟਮੋਸਫੇਅਰ ਅੱਜ ਆਪਣਾ ਕਿਉਂ ਬਣ ਗਿਆ ਐਵੇਂ ਦਾ, ਉਹ ਥਰਡ ਸਟੇਜ ਕਾਰਨ ਬਣਿਆ ਕਿ ਜਿੱਥੇ ਆਪਾਂ ਦੇਖਦੇ ਹਾਂ ਕਿ ਗੁੱਡ ਅਮਾਊਂਟ ਆਫ ਆਕਸੀਜਨ ਇਜ਼ ਪ੍ਰੈਜ਼ੈਂਟ ਇਨ ਦੀ ਐਟਮੋਸਫੇਅਰ। ਸੋ ਜਿਹੜੀ ਥਰਡ ਸਟੇਟਮੈਂਟ ਹੈ, ਇਹਦੀ ਟਾਈਮਲਾਈਨ ਜਿਹੜੀ ਹੈਗੀ ਹੈ ਉਹ ਇਨਕਰੈਕਟ ਮੈਂਸ਼ਨ ਕੀਤੀ ਗਈ ਹੈ। 3.8 ਬਿਲੀਅਨ ਈਅਰਸ ਅਗੋ ਨਹੀਂ ਸੀਗਾ। ਅਰਾਊਂਡ ਜਿਹੜਾ ਗ੍ਰੇਟ ਆਕਸੀਜਨ ਇਵੈਂਟ ਹੋਇਆ ਸੀਗਾ ਉਹ ਇਸ ਤੋਂ ਬਾਅਦ ਹੋਇਆ ਸੀਗਾ, ਠੀਕ ਹੈ। ਲਗਭਗ ਆਪਾਂ ਕਰਨੇ ਕਿ 2.5 ਬਿਲੀਅਨ ਤੇ 3 ਬਿਲੀਅਨ ਦੇ ਵਿਚਾਲੇ ਹੋਇਆ ਸੀਗਾ, ਨਾਟ 3.8 ਬਿਲੀਅਨ ਈਅਰਸ ਅਗੋ। So we have only two options which are correct. The answer is option B. Next, consider the following statements regarding the evolution of Earth. Earth formed approximately 3 billion years ago through accretion from solar nebula. ਅਰਥ ਬਣੀ ਤਾਂ ਹੈ ਜੀ, ਅਰਥ ਬਣੀ ਹੈ। ਆਪਾਂ ਹੁਣੇ ਗੱਲ ਕੀਤੀ ਹੈ ਕਿ ਹਾਈਡਰੋਜਨ ਤੇ ਹੀਲੀਅਮ ਜਿਹੜਾ ਪ੍ਰਾਇਮਰੀ ਮੈਟਰ ਸੀਗਾ, ਉਹਦੇ ਐਕ੍ਰੀਸ਼ਨ ਤੋਂ ਉਹਨੂੰ ਗ੍ਰੈਵਿਟੀ ਦੇ ਫੋਰਸਿਸ ਦੇ ਅੰਡਰ ਉਹ ਐਕ੍ਰੀਟ ਹੋਣਾ ਸ਼ੁਰੂ ਹੋਏ, ਠੀਕ ਹੈ। ਹੌਲੀ ਹੌਲੀ ਵੱਡੇ ਵੱਡੇ ਲੰਪਸ ਬਣਨਾ ਸ਼ੁਰੂ ਹੋਏ। ਦੈਨ ਵੀ ਸੌ ਬਾਕੀ ਪਲੈਨਟਸ ਵੀ ਬਣ ਰਹੇ ਆ, ਅਰਥ ਵੀ ਬਣ ਰਹੀ ਹੈ। ਬਟ 3 ਬਿਲੀਅਨ ਸਾਲ ਪਹਿਲਾਂ ਨਹੀਂ ਬਣੀ ਜੀ। ਅਰਥ ਦੀ ਏਜ ਕਿੰਨੀ ਹੈ? ਅਰਥ ਦੀ ਏਜ ਹੈਗੀ ਹੈ 4.5 ਬਿਲੀਅਨ ਈਅਰਸ ਅਗੋ, ਜਾਂ 4.5 ਬਿਲੀਅਨ ਈਅਰਸ, ਸੌਰੀ। ਨਾਓ the evolution of Earth's atmosphere occurred in three main stages: loss of primordial atmosphere due to solar winds, formation of secondary atmosphere ਜਿਹਦੀ ਆਪਾਂ ਹੁਣੇ ਗੱਲ ਕੀਤੀ ਹੈ through degassing and modification by photosynthetic processes leading to oxygen accumulation। ਤਿੰਨ ਸਟੇजेस ਦੇ ਵਿੱਚ ਹੋਈ ਹੈ, ਆਪਾਂ ਪਿਛਲੇ ਕੁਐਸਚਨ ਦੇ ਵਿੱਚ ਹੀ ਗੱਲ ਕੀਤੀ ਹੈ ਐਗਜ਼ੈਕਟਲੀ। ਸੋ ਦਿਸ ਸਟੇਟਮੈਂਟ 2 is correct।
Now, the lithosphere evolved through differentiation, where heavier materials like iron sank to form the core, while lighter materials rose to form the crust and the mantle. ਹੁਣ ਜਦੋਂ ਆਪਾਂ ਗੱਲ ਕਰਦੇ ਆ, ਆਪਾਂ ਪਹਿਲਾਂ ਗੱਲ ਕੀਤੀ ਹੈ ਅਰਥ ਦੇ ਐਟਮੋਸਫੇਅਰ ਦੀ, ਜੇ ਆਪਾਂ ਅਰਥ ਦੇ ਇੰਟੀਰੀਅਰ ਦੀ ਥੋੜੀ ਜਿਹੀ ਗੱਲ ਕੀਤੀ, ਹਾਲਾਂਕਿ ਡਿਟੇਲ 'ਚ ਆਪਾਂ ਬਾਅਦ 'ਚ ਗੱਲ ਕਰਾਂਗੇ। ਅਰਥ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਜਿਹੜਾ ਟੌਪ ਮੋਸਟ ਲੇਅਰ ਹੈਗੀ ਹੈ, ਟੌਪ ਮੋਸਟ ਲੇਅਰ ਜਿਹੜੀ ਹੈਗੀ ਹੈ, ਉਹਨੂੰ ਆਪਾਂ ਕੀ ਕਹਿ ਰਹੇ ਹਾਂ? ਉਹਨੂੰ ਆਪਾਂ ਕਹਿ ਰਹੇ ਹਾਂ ਲਿਥੋਸਫੀਅਰ। ਲਿਥੋਸਫੀਅਰ ਰੌਕ ਫਾਰਮਿੰਗ ਜਿਹੜੀ ਲੇਅਰ ਹੈ ਉਹਨੂੰ ਆਪਾਂ ਕਹਿ ਰਹੇ ਹਾਂ ਲਿਥੋਸਫੀਅਰ। ਲਿਥੋਸਫੀਅਰ ਰਾਈਟ। ਲਿਥੋਸਫੀਅਰ ਬਣਿਆ ਕਹਿੰਦੇ ਥਰੂ ਡਿਫਰੈਂਸ਼ੀਏਸ਼ਨ। ਡਿਫਰੈਂਸ਼ੀਏਸ਼ਨ ਕੀ ਹੁੰਦਾ ਜੀ? ਡਿਫਰੈਂਸ਼ੀਏਸ਼ਨ ਹੁੰਦਾ ਹੈ ਕਿ ਜਿਹੜੇ ਤੁਹਾਡੇ ਹੈਵੀਅਰ ਐਲੀਮੈਂਟਸ ਹੈ, ਠੀਕ ਹੈ, ਤੁਸੀਂ ਕਦੇ ਵੀ ਘਰੇ ਵੀ ਐਕਸਪੈਰੀਮੈਂਟ ਕਰਕੇ ਦੇਖੋ, ਜਿਹੜੇ ਹੈਵੀਅਰ ਚੀਜ਼ਾਂ ਹੋਣਗੇ, ਜਿਹਦੀ ਡੈਂਸਿਟੀ ਜ਼ਿਆਦਾ ਹੋਊਗੀ, ਦੇ ਵਿਲ ਹੈਵ ਦਿਸ ਟੈਂਡੈਂਸੀ ਆਫ ਸੈਟਲਿੰਗ ਡਾਊਨ। ਤੁਸੀਂ ਲੈਟਸ ਸੇ ਘਰੇ ਅੱਜ ਹਾਲੇ ਫਿਲਹਾਲ ਥੋੜਾ ਜਿਹਾ ਗਰਮੀਆਂ ਦਾ ਹੀ ਮੌਸਮ ਚੱਲ ਰਿਹਾ, ਤੁਸੀਂ ਲੱਸੀ ਪੀਣ ਦੀ ਟਰਾਈ ਕਰੋ, ਥੋੜੀ ਦੇਰ ਤੱਕ ਲੱਸੀ ਨੂੰ ਐਂ ਗਲਾਸ ਦੇ ਨੂੰ ਸੈਟਲ ਇੱਕ ਜਗ੍ਹਾ ਤੇ ਰੱਖ ਦਿਓ, ਇਵੈਂਚੁਅਲੀ ਯੂ ਵਿਲ ਸੀ ਜਿਹੜਾ ਹੈਵੀਅਰ ਪਾਰਟ ਹੋਊਗਾ ਲੱਸੀ ਦਾ, ਪਾਣੀ ਵਾਲਾ ਪਾਰਟ ਉੱਤੇ ਰਹਿ ਜਾਊਗਾ, ਦੈਨ that material which has milk and curd and part ਉਹ ਥੱਲੇ ਸਿੰਕ ਹੋਣਾ ਸ਼ੁਰੂ ਹੋ ਜਾਊਗਾ। ਤਾਂ ਸੇਮ ਅਰਥ ਦੇ ਕੇਸ ਵਿੱਚ ਹੋਇਆ। ਅਰਥ ਪ੍ਰਾਇਮਰੀ ਪਹਿਲਾਂ ਕੀ ਸੀਗਾ? ਇੱਕ ਬਹੁਤ ਹੀ ਹੌਟ ਸਫੇਅਰ ਸੀਗਾ, ਮੋਲਟਨ ਸਟੇਜ ਦੇ ਵਿੱਚ ਸੀਗਾ। ਤਾਂ ਜਿਹੜੀ ਚੀਜ਼ਾਂ ਹੈਵੀ ਸੀਗੀਆਂ, ਜਿਹੜੇ ਐਲੀਮੈਂਟਸ ਹੈਵੀ ਸੀਗੇ, ਐਗਜ਼ਾਮਪਲ ਦੇ ਤੌਰ ਤੇ ਆਇਰਨ, ਨਿਕਲ, ਉਹ ਸਾਰੇ ਵਿੱਚ ਸਿੰਕ ਹੋਣਾ ਸ਼ੁਰੂ ਹੋ ਗਏ। ਦੇ ਵਰ ਡੈਂਸਰ, ਦੇ ਵਰ ਹੈਵੀਅਰ। ਤਾਂ ਆਪਾਂ ਜਦੋਂ ਕੋਰ ਦੀ ਗੱਲ ਕਰਦੇ ਹਾਂ ਅਰਥ ਦੀ, ਤਾਂ ਆਪਾਂ ਦੇਖਦੇ ਹਾਂ ਕਿ ਇਹਦੇ ਵਿੱਚ ਨਿਕਲ ਹੈ, ਇਹਦੇ ਵਿੱਚ ਆਇਰਨ ਹੈ, ਬਟ ਆਪਾਂ ਨੂੰ ਉਹੀ ਨਿਕਲ ਆਇਰਨ ਉਨੀ ਕੁਆਂਟੀਟੀ ਵਿੱਚ ਨਹੀਂ ਮਿਲਦਾ ਜਦੋਂ ਆਪਾਂ ਕਰਸਟ ਦੀ ਗੱਲ ਕਰਦੇ ਹਾਂ ਜਾਂ ਮੈਂਟਲ ਦੀ ਗੱਲ ਕਰਦੇ। ਤਾਂ ਇਹ ਜਿਹੜੇ ਕਰਸਟ, ਮੈਂਟਲ, ਕੋਰ ਦੀ ਫਾਰਮੇਸ਼ਨ ਹੋਈ ਹੈ, ਇਹ ਡਿਫਰੈਂਸ਼ੀਏਸ਼ਨ ਦੇ ਥਰੂ ਹੋਈ ਹੈ। ਦਿਸ ਇਜ਼ ਵਾਟ ਦਿਸ ਸਟੇਟਮੈਂਟ 3 ਇਜ਼ ਸੇਇੰਗ। Life first appeared on Earth around 200 million years after its formation during Hadean-Eon. Now again this timeline is disturbing. This is incorrect. ਜਦੋਂ ਹੀ ਆਪਾਂ ਕਹਿ ਰਹੇ ਹਾਂ ਕਿ ਅਰਥ ਦੀ ਫਾਰਮੇਸ਼ਨ ਹੋਈ ਅੱਜ ਤੋਂ 4.5 ਬਿਲੀਅਨ ਸਾਲ ਪਹਿਲਾਂ, ਉਦੋਂ ਹੀ ਕਹਿੰਦੇ ਉਹ ਤੋਂ 200 ਮਿਲੀਅਨ ਸਾਲ ਬਾਅਦ ਲਾਈਫ ਸ਼ੁਰੂ ਹੋ ਚੁੱਕੀ। ਲਾਈਫ ਨਹੀਂ ਸ਼ੁਰੂ ਹੋ ਸਕਦੀ ਸੀ, ਕਿਉਂ? ਕਿਉਂਕਿ ਉਸ ਟਾਈਮ ਤੇ ਟੈਂਪਰੇਚਰ ਬਹੁਤ ਹਾਈ ਸੀਗਾ। ਤਾਂ ਫੋਰਥ ਸਟੇਟਮੈਂਟ ਜਿਹੜੀ ਆਪਣੀ ਹੈਗੀ ਹੈ, ਦਿਸ ਇਜ਼ ਇਨਕਰੈਕਟ। ਥਰਡ ਸਟੇਟਮੈਂਟ ਜਿਹੜੀ ਹੈਗੀ ਹੈ, ਦਿਸ ਇਜ਼ ਕਰੈਕਟ। ਸੈਕੰਡ ਸਟੇਟਮੈਂਟ ਜਿਹੜੀ ਹੈਗੀ ਹੈ, ਦਿਸ ਇਜ਼ ਆਲਸੋ ਕਰੈਕਟ। ਫਰਸਟ ਸਟੇਟਮੈਂਟ ਇਜ਼ ਇਨਕਰੈਕਟ। ਸੋ the correct answer according to me is B, 2 and 3. Next, ਹੁਣ ਇਹਦੇ ਵਿੱਚ ਆਪਾਂ ਲੈਟੀਟਿਊਡਸ, ਲੌਂਗੀਟਿਊਡਸ ਦੀ ਗੱਲ ਕਰਾਂਗੇ ਤੇ ਜੋ ਇੰਪੋਰਟੈਂਟ ਕੁਐਸਚਨਸ ਬਣ ਸਕਦੇ ਹਨ ਕਨਸੈਪਟਸ ਦੇ ਅਰਾਊਂਡ, ਉਹਨਾਂ ਨੂੰ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। Consider the following statements regarding latitudes and longitudes. Latitudes are imaginary lines that run parallel to the equator. Equator ਤੁਹਾਨੂੰ ਪਤਾ ਹੈ ਕਿ 0 ਡਿਗਰੀ ਇੱਕ ਆਪਾਂ ਇਮੇਜਿਨਰੀ ਲਾਈਨ ਮੰਨੀ ਹੋਈ ਹੈ ਜੋ ਨਾਰਥ ਹੈਮੀਸਫੇਅਰ ਤੇ ਸਾਊਥ ਹੈਮੀਸਫੇਅਰ ਨੂੰ ਡਿਵਾਈਡ ਕਰ ਰਹੀ ਹੈ। ਤਾਂ ਆਪਾਂ ਕਹਿ ਰਹੇ ਲੈਟੀਟਿਊਡਸ ਆਰ ਇਮੇਜਿਨਰੀ ਲਾਈਨਸ ਰਨਿੰਗ ਪੈਰਲਲ ਟੂ ਦੀ ਇਕੁਏਟਰ। ਪੈਰਲਲ ਮਤਲਬ ਕਿ ਉਹਨਾਂ ਦੇ ਵਿੱਚ ਜਿਹੜਾ ਡਿਸਟੈਂਸ ਹੈ ਸੇਮ ਰਹਿਣ ਵਾਲਾ, ਉਹ ਚੇਂਜ ਨਹੀਂ ਹੋਊਗਾ, ਘਟੂਗਾ ਵਧੂਗਾ ਨਹੀਂ। ਮੈਜ਼ਰਿੰਗ ਐਂਗੂਲਰ ਡਿਸਟੈਂਸ ਨਾਰਥ ਔਰ ਸਾਊਥ। ਇਹ ਗੱਲ ਤੇ ਥੋੜਾ ਗੌਰ ਦਿਓ। ਜਦੋਂ ਮੈਂ ਕਲਾਸਿਸ ਵਿੱਚ ਵੀ ਕਰਾਨਾ, ਮੈਂ ਕਹਿੰਦਾ ਕਿ ਯਾਰ ਹੁਣ ਨਾ ਆਪਾਂ ਬੱਚੇ ਨਹੀਂ ਰਹੇ ਹੈਗੇ ਕਿ ਆਪਾਂ ਲੈਟੀਟਿਊਡ ਨੂੰ ਕਹੀਏ ਕਿ ਲੇਟੀ ਹੋਈ ਲਾਈਨਸ ਹੈ ਹਨਾ, ਲੌਂਗੀਟਿਊਡ ਨੂੰ ਕਹੀਏ ਕਿ ਤਾਂ ਖੜੀ ਹੋਈ ਲਾਈਨਸ ਹੈ। ਉਹ ਨਹੀਂ ਚੀਜ਼ਾਂ ਆਪਾਂ ਰੱਖਣੀਆਂ। ਤੁਸੀਂ ਇੱਕ ਚੀਜ਼ ਧਿਆਨ ਨਾਲ ਰੱਖੋ, ਦੇਖੋ ਧਿਆਨ, ਜਦੋਂ ਆਪਾਂ ਗੱਲ ਕਰ ਰਹੇ ਹਾਂ, ਲੈਟਸ ਸੇ ਮੈਂ ਅਰਥ ਨੂੰ ਐ ਡਿਵਾਈਡ ਕਰਤਾ, ਦੋ ਸਫੇਅਰ ਦੇ ਵਿੱਚ ਡਿਵਾਈਡ ਕਰਤਾ, ਦੋ ਇਕੁਅਲ ਦੇ ਵਿੱਚ ਕੀਤਾ, ਜਿਹੜੇ ਪੁਆਇੰਟ ਤੋਂ ਕੀਤਾ ਮੈਂ ਉਹ ਬਣ ਗਿਆ ਮੇਰਾ ਇਕੁਏਟਰ, ਜਿਹੜੀ ਲਾਈਨ ਤੋਂ ਕੀਤਾ ਉਹ ਬਣ ਗਿਆ ਇਕੁਏਟਰ। ਉਹਦੇ ਅਰਾਊਂਡ ਜੇ ਮੈਂ ਸਰਕਲ ਬਣਾਉਂਗਾ ਤਾਂ ਬਣ ਜਾਊਗਾ ਇਕੁਏਟਰ। ਇਕੁਏਟਰ ਦੀ ਲੈਟੀਟਿਊਡ ਦਾ ਸਰਕਲ ਹੋਊਗਾ, ਰਾਈਟ। ਐਵੇਂ ਹੀ ਆਪਾਂ 0 ਤੋਂ 0 ਡਿਗਰੀ ਆਪਾਂ ਇਕੁਏਟਰ ਮਾਰਕ ਕਰਤਾ ਤੇ ਉੱਤੇ ਆਪਾਂ ਜਾਂਦੇ ਜਾਵਾਂਗੇ ਨਾਰਥ ਪੋਲ ਤੱਕ, ਤਾਂ ਆਪਾਂ 90 ਡਿਗਰੀ ਨਾਰਥ। ਸਿਮਿਲਰਲੀ ਥੱਲੇ ਆਪਾਂ ਜਾਂਦੇ ਜਾਵਾਂਗੇ ਸਦਰਨ ਹੈਮੀਸਫੇਅਰ ਦੇ ਵਿੱਚ ਟੂਵਰਡ ਸਾਊਥ ਪੋਲ 90 ਡਿਗਰੀ ਸਾਊਥ। ਇਹ ਬਣ ਰਿਹਾ ਲੈਟੀਟਿਊਡ ਦਾ ਕੰਸੈਪਟ ਕੁਛ ਇਸ ਤਰ੍ਹਾਂ, ਪੈਰਲਲ ਲਾਈਨਸ। ਪਰ ਇਹ ਲਾਈਨਸ ਨਹੀਂ ਹੈਗੇ, ਆਪਣੇ ਆਪ ਵਿੱਚ ਸਰਕਲਸ ਹੈ। ਦੇ ਆਰ ਕਵਰਿੰਗ ਦੀ ਹੋਲ ਅਰਥ। ਜਿਵੇਂ ਕਿ ਆਪਾਂ ਗਲੋਬ ਦੀ ਆਪਾਂ ਗੱਲ ਕਰੀਏ, ਲੈਟਸ ਸੇ ਦਿਸ ਇਜ਼ ਅ ਗਲੋਬ, ਉਰੇ ਇਕੁਏਟਰ ਹੋਊਗਾ 0 ਡਿਗਰੀ, 0 ਡਿਗਰੀ ਤੋਂ ਉੱਪਰ ਲੈਟਸ ਸੇ 20 ਡਿਗਰੀ ਕੋਈ ਇੱਕ ਲੈਟੀਟਿਊਡ ਹੋਗੀ ਜੋ ਪੂਰੇ ਗਲੋਬ ਨੂੰ ਕਵਰ ਕਰ ਰਹੀ ਹੋਗੀ। ਉਸ ਤੋਂ ਉੱਪਰ 23.5 ਡਿਗਰੀ ਜਿਹਨੂੰ ਆਪਾਂ ਕਹਿੰਦੇ ਟ੍ਰੋਪਿਕ ਆਫ ਕੈਂਸਰ, ਉਹ ਪੂਰੇ ਉੱਤੇ ਵਾਲੇ ਜਿਹੜਾ ਸਰਕਲ ਹੈ ਜਾਂ ਸਫੇਅਰ ਹੈ ਉਹਨੂੰ ਕਵਰ ਕਰ ਰਹੀ ਹੋਣਗੀ। ਤਾਂ ਲਾਈਨ ਨਹੀਂ ਹੈਗੀ, ਇੱਕ ਸਰਕਲ ਹੈ, ਆਪਾਂ ਨੂੰ ਸਰਕਲ ਹੀ ਮੰਨ ਕੇ ਚੱਲੀਏ, ਠੀਕ ਹੈ। ਲਾਈਨ ਆਪਾਂ ਕਹਿੰਦੇ ਲੈਟੀਟਿਊਡਸ, ਪਰ ਲੈਟੀਟਿਊਡ ਤੋਂ ਨਾਲ ਆਪਾਂ ਸਰਕਲ ਨੂੰ ਹੀ ਮੰਨ ਕੇ ਚੱਲਦੇ ਹਾਂ। ਸਰਕਲ ਹੋ ਰਿਹਾ ਇੱਕ, ਉਹਦਾ ਰੇਡੀਅਸ ਅਲੱਗ-ਅਲੱਗ ਹੈ, ਦੈਟ ਇਜ਼ ਡਿਫਰੈਂਟ ਪਾਰਟ। ਐਨੀਵੇਜ਼, ਸੋ ਮੈਜ਼ਰਿੰਗ
ਐਂਗੂਲਰ ਡਿਸਟੈਂਸ ਨਾਰਥ ਐਂਡ ਸਾਊਥ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਵਾਟ ਡੂ ਯੂ ਅੰਡਰਸਟੈਂਡ ਬਾਈ ਐਂਗੂਲਰ ਡਿਸਟੈਂਸ, ਰਾਈਟ, ਤਾਂ ਲੈਟਸ ਸੇ ਆਪਾਂ ਅਰਥ ਨੂੰ ਕੁਝ ਐਂ ਡਿਵਾਈਡ ਕਰਤਾ, ਦੋ ਹਾਫ ਵਿੱਚ ਆਪਾਂ ਐਂ ਡਿਵਾਈਡ ਕਰਤਾ। ਐਂਗੂਲਰ ਡਿਸਟੈਂਸ ਦੀ ਤਾਂ ਮੈਂ ਗੱਲ ਕਰ ਰਿਹਾ ਨਾ, ਮੈਂ ਇਸ ਦੀ ਗੱਲ ਕਰ ਰਿਹਾ। ਜੇ ਆਪਾਂ 0 ਡਿਗਰੀ ਦੇ ਨਾਲ ਹੀ ਚੱਲ ਰਹੇ ਹਾਂ, ਬਿਲਕੁਲ ਸੈਂਟਰ ਤੇ 0 ਡਿਗਰੀ, ਕੋਈ ਐਂਗਲ ਨਹੀਂ ਬਣਿਆ ਹੋਇਆ, ਸੈਂਟਰ ਦੀ ਗੱਲ ਕਰ ਰਹੇ ਹਾਂ ਆਪਾਂ ਅਰਥ ਦੇ, ਉੱਥੇ ਕੋਈ ਐਂਗਲ ਨਹੀਂ ਬਣਿਆ, ਮਤਲਬ 0 ਡਿਗਰੀ ਹੈ। ਜਦੋਂ ਮੈਂ ਹਲਕਾ ਜਿਹਾ ਐਂਗਲ ਬਣਾਤਾ, ਦੇਖੋ ਜ਼ਰਾ, ਆ ਦੇਖੋ, ਮੈਂ 1 ਡਿਗਰੀ ਨਾ ਦੇਤਾ ਇਹਨੂੰ, ਮੈਂ ਇਹਨੂੰ ਲੈਟਸ ਸੇ 10 ਡਿਗਰੀ ਨਾ ਦੇਤਾ, ਇਹਨੂੰ ਮੈਂ 20 ਡਿਗਰੀ ਨਾ ਦੇਤਾ, ਇਹਨੂੰ 23.5 ਡਿਗਰੀ ਨਾ ਦੇਤਾ, ਇਹਨੂੰ 40 ਦੇਤਾ, 50 ਦੇਤਾ, ਸਿਮਿਲਰਲੀ ਇਹਨੂੰ ਮੈਂ 90 ਡਿਗਰੀ ਦੇਤਾ। ਆ ਦੇਖੋ, ਇਹ ਹੈ ਐਂਗੂਲਰ ਡਿਸਟੈਂਸ ਜਦੋਂ ਆਪਾਂ ਐਂਗਲ ਵਧਾਉਂਦੇ ਜਾ ਰਹੇ। ਸੋ ਮੈਜ਼ਰਿੰਗ ਐਂਗੂਲਰ ਡਿਸਟੈਂਸ ਨਾਰਥ ਔਰ ਸਾਊਥ ਐਂਡ ਦੇ ਡਿਕਰੀਜ਼ ਇਨ ਲੈਂਥ ਫਰੋਮ ਇਕੁਏਟਰ ਟੂਵਰਡਸ ਦੀ ਪੋਲ। ਡੂ ਦੇ ਮੈਜ਼ਰ ਐਂਗੂਲਰ ਡਿਸਟੈਂਸ? ਹੁਣੇ ਤੁਸੀਂ ਦੇਖਿਆ, the answer is yes। ਕਿਆ ਇਹਨਾਂ ਦੀ ਜਿਹੜੀ ਲੈਂਥ ਹੈ ਉਹ ਘਟਦੀ ਜਾਂਦੀ ਹੈ ਜਦੋਂ ਆਪਾਂ ਇਕੁਏਟਰ ਤੋਂ ਪੋਲ ਵੜ ਜਾਂਦੇ ਹਾਂ? ਬਿਲਕੁਲ ਸਹੀ ਗੱਲ ਹੈ। ਇਕੁਏਟਰ ਤੇ ਦੇਖੋ, ਇਕੁਏਟਰ ਤੇ ਪੂਰਾ ਤੁਹਾਨੂੰ ਬਹੁਤ ਬੜਾ ਸਰਕਲ ਕਵਰ ਕਰਨਾ ਪੈਣਾ। ਔਨ ਦੇ ਅਦਰ ਹੈਂਡ ਜਦੋਂ ਤੁਸੀਂ ਲੈਟਸ ਸੇ ਨਾਰਥ ਪੋਲ ਵੱਲ ਚਲੇ ਗਏ, ਨਾਰਥ ਪੋਲ ਤੇ ਜਿਹੜਾ ਤੁਹਾਡੀ ਲੈਟੀਟਿਊਡਸ ਹੋਣਗੀਆਂ ਉਹ ਬਹੁਤ ਹੀ ਛੋਟਾ ਸਰਕਲ ਬਣਾਉਣਗੀਆਂ, ਤਾਂ ਉਹਨਾਂ ਦੀ ਜਿਹੜੀ ਲੈਟੀਟਿਊਡ ਦੀ ਲਾਈਨ ਦੀ ਲੈਂਥ ਹੈ ਉਹ ਘਟੂਗੀ ਕਿ ਨਹੀਂ ਘਟੂਗੀ? ਬਿਲਕੁਲ ਘਟੂਗੀ ਜੀ। ਸੋ the option, the statement 1 is absolutely correct। Statement 2, longitudes are imaginary lines that run from north pole to south pole converging at the poles and they are all equal in length। ਆਪਾਂ ਜਿਹੜੀ ਹੁਣ ਗੱਲ ਕੀਤੀ ਹੈ, ਆਪਾਂ ਗੱਲ ਕੀਤੀ ਹੈ ਇਹਨਾਂ ਦੀ, ਆਪਾਂ ਗੱਲ ਕੀਤੀ ਹੈ ਲੈਟੀਟਿਊਡਸ ਦੀ। ਪਰ ਜਦੋਂ ਮੈਂ ਗੱਲ ਕਰਦਾ ਕਿ ਲੌਂਗੀਟਿਊਡਸ ਦੀ, ਲੌਂਗੀਟਿਊਡਸ ਕੁਝ ਲਾਈਨਸ ਨੇ ਜੋ ਤੁਹਾਡੀ ਨਾਰਥ ਪੋਲ ਤੋਂ ਸਾਊਥ ਪੋਲ ਵੱਲ ਐਂ ਜਾ ਰਹੀਆਂ, ਕੁਝ ਇਸ ਤਰ੍ਹਾਂ। ਸੋ ਐਂ ਲੱਗਦਾ ਕਿ ਨਾਰਥ ਪੋਲ ਚੋਂ ਨਿਕਲ ਰਹੀਆਂ, ਸਾਊਥ ਪੋਲ ਵੱਲ ਜਾ ਰਹੀਆਂ, ਕਨਵਰਜ ਹੁੰਦੀਆਂ, ਐਂ ਲੱਗਦਾ। They are widest at the equator and they converge at the poles। Longitudes are imaginary lines that run from north pole to south pole converging at the poles and they are all equal in length। ਇਹਨਾਂ ਦੀ ਲੈਂਥ ਜਿਹੜੀ ਹੈਗੀ ਹੈ ਬਰਾਬਰ ਹੈ, ਬਿਲਕੁਲ ਸਹੀ ਹੈ। ਜੋ ਤੁਹਾਨੂੰ ਇਕੁਏਟਰ ਦੇ ਕੇਸ ਵਿੱਚ ਦਿਖਦਾ ਸੀ ਜਾਂ ਲੈਟੀਟਿਊਡ ਦੇ ਕੇਸ ਵਿੱਚ ਦਿਖਦਾ ਸੀਗਾ, ਉੱਥੇ ਜਿਹੜੇ ਸਰਕਲਸ ਹੈ, ਸਰਕਲ ਦੀ ਜਿਹੜੀ ਸਰਕਮਫਰੈਂਸ ਹੈ ਉਹ ਘਟਦੀ ਜਾਂਦੀ ਹੈ, ਲੈਟੀਟਿਊਡ ਦੀ ਲੈਂਥ ਘਟਦੀ ਜਾਂਦੀ ਹੈ। ਪਰ ਉਰੇ ਤਾਂ ਜਿਹੜੀ ਲੌਂਗੀਟਿਊਡਸ ਹੈ ਉਹਨਾਂ ਦੀ ਲੈਂਥ ਸਾਰੀ ਜਗ੍ਹਾ ਤੇ ਬਰਾਬਰ ਹੀ ਰਹਿਣੀ ਹੈ। तो statement 2 is correct। Third, the prime meridian 0 degree longitude passes through Greenwich। Greenwich ਇੱਕ ਜਗ੍ਹਾ ਦਾ ਨਾਮ ਹੈ ਕਿੱਥੇ? ਇੰਗਲੈਂਡ ਦੇ ਵਿੱਚ, and is used as a reference for calculating time zones while equator 0 degree latitude divides earth into northern and southern hemisphere। ਹੁਣ ਇਹਦਾ ਸੈਕਿੰਡ ਪਾਰਟ ਜਿਹੜਾ ਹੈਗਾ ਸਟੇਟਮੈਂਟ ਦਾ, ਇੱਥੇ ਤਾਂ ਤੁਸੀਂ ਐਗਰੀ ਕਰ ਚੁੱਕੇ ਹੋ। ਪ੍ਰਾਈਮ ਮੈਰੀਡੀਅਨ ਦੀ ਜੇ ਗੱਲ ਕਰੀਏ ਤਾਂ ਇੱਕ ਰੈਫਰੈਂਸ ਦੇ ਤੌਰ ਤੇ ਆਪਾਂ ਯੂਜ਼ ਕਰਦੇ ਹਾਂ, ਰੈਫਰੈਂਸ ਦੇ ਤੌਰ ਤੇ ਆਪਾਂ ਅਰਥ ਨੂੰ ਡਿਵਾਈਡ ਕਰ ਰਹੇ ਹਾਂ ਕਿ ਯਾਰ ਇਸ ਤੋਂ ਵੈਸਟ ਇੱਕ ਆਹ ਟਾਈਮ ਹੋਣ ਵਾਲਾ, ਇਸ ਤੋਂ ਈਸਟ ਆਹ ਟਾਈਮ ਹੋਣ ਵਾਲਾ, ਤਾਂ ਇਹਨੂੰ ਆਪਾਂ ਰੈਫਰੈਂਸ ਦੇ ਤੌਰ ਤੇ ਯੂਜ਼ ਕਰਦੇ ਆ। ਤੇ ਇਹ ਲੰਡਨ ਦੇ ਵਿੱਚ ਇੱਕ ਪਲੇਸ ਹੈ ਗ੍ਰੀਨਵਿਚ, ਉੱਥੋਂ ਇਹ ਪਾਸ ਹੋ ਰਹੀ ਹੈ ਜੀ। ਸੋ ਆਪਸ਼ਨ ਕਰੈਕਟ ਆਨਸਰ ਮੇਰੇ ਹਿਸਾਬ ਨਾਲ ਹੈਗਾ ਜੀ ਡੀ। ਤੁਹਾਡੇ ਲਈ ਇੱਕ ਹੋਮਵਰਕ ਵੀ ਹੈਗਾ ਤੇ ਤੁਹਾਡੇ ਲਈ ਮੈਂ ਅਗੇਨ ਤੁਹਾਨੂੰ ਕੰਮ ਵੀ ਦੇ ਰਿਹਾ ਹਾਂ ਕਿ ਤੁਸੀਂ ਆਪਣੇ ਕਮੈਂਟਸ ਦੇ ਵਿੱਚ ਇਹ ਦੱਸਣਾ ਹੈ ਕਿ ਗ੍ਰੀਨਵਿਚ ਮੈਰੀਡੀਅਨ ਜਿਹੜਾ ਹੈਗੀ ਹੈ ਕਿਹੜੇ ਕਿਹੜੇ ਕੰਟਰੀਜ਼ ਤੋਂ ਪਾਸ ਹੁੰਦੀ ਹੈ, ਰਾਈਟ। ਆਈ ਵਾਂਟ ਦਿਸ ਇਨ ਕਮੈਂਟ ਸੈਕਸ਼ਨ। So let's move on to the next question। Consider the following statements about great circle। A great circle is the largest possible circle on a sphere, all right, formed by intersection of plane passing through the sphere's center, and it represents the shortest part between any 2 points on the sphere's surface। देखो ਹੁਣ ਇਸ ਤੇ क्वेश्चन ਆ ਸਕਦਾ, this is highly important ਕਿਉਂਕਿ ਇਹਦਾ ਸੈਕਿੰਡ ਪਾਰਟ ਇੰਪੋਰਟੈਂਟ ਹੈ। ਪਹਿਲਾ ਪਾਰਟ ਤਾਂ ਤੁਸੀਂ ਆਪੇ ਕਾਮਨ ਸੈਂਸ ਦੇ ਬੇਸਿਸ ਤੇ ਗੈਸ ਕਰ ਲੋਗੇ ਕਿ ਸਹੀ ਗੱਲ ਹੋ ਰਹੀ ਹੈ ਕਿ ਗ੍ਰੇਟ ਸਰਕਲ ਤਾਂ ਹੋਈ ਹੈ, ਲਾਰਜੈਸਟ ਗ੍ਰੇਟ ਸਰਕਲ ਨਾਮ ਦੱਸ ਰਿਹਾ is the largest possible circle on a sphere formed by intersection of a plane passing through the sphere center। ਕੋਈ ਪਲੇਨ ਜਿਹੜਾ ਹੈਗਾ ਲੈਟਸ ਸੇ ਇਸ ਅਰਥ ਦੇ ਸੈਂਟਰ ਜੋ ਪਾਸ ਹੋ ਰਿਹਾ ਉਹਦੇ ਅਰਾਊਂਡ ਜਿਹੜਾ ਸਰਕਲ ਬਣੂਗਾ ਉਹ ਗ੍ਰੇਟ ਸਰਕਲ ਹੋਊਗਾ। ਗ੍ਰੇਟ ਸਰਕਲ ਬੇਸਿਕਲੀ ਐਂ ਲੱਗੋ, ਮੰਨ ਕੇ ਚਲੋ ਕਿ ਇੱਕ ਹੈਗਾ ਪਲੇਨ ਹੈ, ਠੀਕ ਹੈ ਜੀ, ਉਹਨੂੰ ਕਵਰ ਕਰਦਾ ਹੋਇਆ ਪੂਰਾ ਇੱਕ ਸਰਕਲ ਬਣ ਗਿਆ ਤੇ ਉਹ ਅਰਥ ਦੇ ਸੈਂਟਰ ਤੋਂ ਪਾਸ ਹੋ ਰਿਹਾ, ਰਾਈਟ। ਐਂਡ ਇਟ ਰਿਪਰੈਜ਼ੈਂਟਸ ਸ਼ਾਰਟੈਸਟ ਪਾਥ ਬਿਟਵੀਨ ਐਨੀ 2 ਪੁਆਇੰਟਸ ਔਨ ਦੀ ਸਫੀਅਰ ਸਰਫੇਸ। ਮੰਨ ਲਓ 2 ਪੁਆਇੰਟਸ ਮੈਂ ਉਰੇ ਮਾਰਕ ਕਰਤੇ, ਇੱਕ ਉਰੇ ਪੁਆਇੰਟ ਮਾਰਕ ਕਰਤਾ। ਇਹਨਾਂ ਦੋਵਾਂ ਪੁਆਇੰਟਸ ਦੇ ਵਿੱਚ ਨਾ ਜੇ ਆਪਾਂ ਗ੍ਰੇਟ ਸਰਕਲ ਦੀ ਗੱਲ ਕਰਦੇ ਹਾਂ ਤਾਂ ਉਹ ਸ਼ਾਰਟੈਸਟ ਪਾਥ ਬਣੂਗਾ,
ਉਹ ਸ਼ਾਰਟੈਸਟ ਪਾਥ ਬਣੂਗਾ 2 ਪੁਆਇੰਟਸ ਦੇ ਵਿੱਚ। ਐਗਜ਼ਾਮਪਲ ਦੇ ਤੌਰ ਤੇ ਦੇਖੋ, ਇਹ 2 ਪੁਆਇੰਟਸ ਹੈ, ਫॉर ਐਗਜ਼ਾਮਪਲ ਦਿਸ ਪੁਆਇੰਟ ਐਂਡ ਦਿਸ ਪੁਆਇੰਟ। ਮੈਂ ਇਹਨਾਂ ਦੇ ਅਰਾਊਂਡ ਸਰਕਲ ਬਣਾਉਣਾ ਚਾਹਾਂ ਤਾਂ ਮੈਂ ਕੁਝ ਐਵੇਂ ਸਰਕਲ ਬਣਾ ਸਕਦਾ, ਬਟ ਉਹ ਸ਼ਾਰਟੈਸਟ ਪਾਥ ਨਹੀਂ ਹੋਊਗਾ। ਉਹਦਾ ਪਾਥ ਐ ਕੁਝ ਬਣ ਰਿਹਾ, ਆ ਦੇਖੋ, ਦਿਸ ਇਜ਼ ਨਾਟ ਦ ਸ਼ਾਰਟੈਸਟ ਪਾਥ। ਸ਼ਾਰਟੈਸਟ ਪਾਥ ਹੋਊਗਾ ਲੈਟਸ ਸੇ ਦਿਸ ਪਾਥ। ਹੁਣ ਇਹ ਜਿਹੜਾ ਹੈਗਾ, ਇਹ ਉਸ ਸਰਕਲ ਦੇ ਉੱਪਰ ਆਊਗਾ ਜੋ ਗ੍ਰੇਟ ਸਰਕਲ ਬਣ ਰਿਹਾ। ਗ੍ਰੇਟ ਸਰਕਲ ਤੁਹਾਡਾ ਪੂਰੇ ਅਰਥ ਨੂੰ ਕਵਰ ਕਰਦਾ ਹੈ, ਪੂਰੀ ਅਰਥ ਇਨ ਸੈਂਸ ਕਿ ਸੈਂਟਰ ਚੋਂ ਇੱਕ ਪਾਸ ਹੋ ਰਿਹਾ, ਅਰਥ ਦੇ ਸੈਂਟਰ ਚੋਂ ਪਾਸ ਹੋ ਰਿਹਾ, ਦੈਟ ਇਜ਼ ਨੋਨ ਐਸ ਗ੍ਰੇਟ ਸਰਕਲ। ਸੋ ਔਨ ਅਰਥ all lines of longitudes which are meridians ਦੀ ਗੱਲ ਕਰੀਏ are great circles। ਬਿਲਕੁਲ ਸਹੀ ਗੱਲ ਹੈ ਜੀ। ਮੈਰੀਡੀਅਨ ਕਿੱਥੋਂ ਹੋ ਰਹੀ, ਸ਼ੁਰੂ ਹੋ ਰਹੀ ਹੈ longitudes, they are starting from one pole and they are moving on to the other pole and then they are covering this whole circle। ਆ ਦੇਖੋ ਐਵੇਂ। ਤਾਂ ਇਹ ਤੁਸੀਂ ਦੇਖੋ ਕਿ ਜੇ ਮੈਂ ਡਿਵਾਈਡ ਕਰਨਾ ਚਾਹਾਂ ਸਰਕਲ ਦੇ ਬੇਸਿਸ ਤੇ, ਤਾਂ ਮੈਂ ਕਹਿ ਸਕਦਾ ਕਿ ਯਾਰ ਸਰਕਲ ਨਾ ਇਹ ਸੈਂਟਰ ਤੋਂ ਹੀ ਪਾਸ ਹੋ ਰਿਹਾ ਹੋਊਗਾ। ਇਹਦੇ ਬੇਸਿਸ ਤੇ ਮੈਂ ਅਰਥ ਨੂੰ 2 ਪਾਰਟਸ ਡਿਵਾਈਡ ਕਰ ਸਕਦਾ। ਸਿਮਿਲਰਲੀ ਉਰੇ ਦੀ ਗੱਲ ਕਰੀਏ, ਆ ਦੇਖੋ, I can divide again earth in 2 parts। ਤਾਂ ਇਹ ਸਾਰੇ ਜਿਹੜੇ ਹੈਗੇ ਲੌਂਗੀਟਿਊਡ ਬੇਸਿਸ ਜਿਹੜੀ ਹੈਗੀਆਂ ਤੁਹਾਡੀਆਂ, ਉਹ ਸਾਰੇ ਗ੍ਰੇਟ ਸਰਕਲ ਦਾ ਪਾਰਟ ਬਣਦੇ ਆ। ਬਟ ਇਕੁਏਟਰ ਦੀ ਆਪਾਂ ਗੱਲ ਕਰੀਏ, ਜੇ ਆਪਾਂ ਲੈਟੀਟਿਊਡ ਦੀ ਗੱਲ ਕਰੀਏ, ਤਾਂ ਸਿਰਫ ਇਕੁਏਟਰ ਹੀ ਹੈ ਜੋ ਸੈਂਟਰ ਚੋਂ ਪਾਸ ਹੋ ਰਿਹਾ। ਟ੍ਰੋਪਿਕ ਆਫ ਕੈਂਸਰ ਨਹੀਂ ਪਾਸ ਹੋ ਰਿਹਾ, ਟ੍ਰੋਪਿਕ ਆਫ ਕੈਪਰੀਕॉर्न ਨਹੀਂ ਪਾਸ ਹੋ ਰਿਹਾ, ਕੁਝ ਹੋਰ ਨਹੀਂ ਪਾਸ ਹੋ ਰਹੀ ਲਾਈਨਸ। ਸਿਰਫ ਇਕੁਏਟਰ ਹੈ ਜੋ ਸੈਂਟਰ ਚੋਂ ਪਾਸ ਹੋ ਰਿਹਾ ਤੇ ਉਹ ਡਿਵਾਈਡ ਕਰ ਰਿਹਾ ਇਕੁਅਲ ਹਾਫ ਦੇ ਵਿੱਚ ਪੂਰੀ ਅਰਥ ਨੂੰ। So the statement second, on earth all lines of longitudes meridians are great circles, but only the equator among the lines of latitude qualifies as a great circle। This statement is also correct। So अपना आंसर ਜਿਹੜਾ ਬਣਦਾ both 1 and 2। Next, consider the following statements about time gain or time loss when moving across time zones। ਹੁਣ ਇਹ ਬੱਚੇ ਬਹੁਤ ਕਨਫਿਊਜ਼ ਹੁੰਦੇ ਇਸ ਤੇ ਕਿ ਸਰ ਟਾਈਮ ਗੇਨ ਕੀ ਹੁੰਦਾ, ਟਾਈਮ ਲਾਸ ਕੀ ਹੁੰਦਾ। ਇਸ ਦੇ ਵਿੱਚ ਤਾਂ ਤੁਸੀਂ ਸੀ ਸੈਟ ਕਰਾਉਣ ਲੱਗ ਜਾਓਗੇ, ਠੀਕ ਹੈ। ਸੀ ਸੈਟ ਨਹੀਂ ਕਰਾ ਰਿਹਾ, ਬਟ ਜੋ ਥੋੜਾ ਜਿਹਾ ਇੰਪੋਰਟੈਂਟ ਕਨਸੈਪਟ ਹੈ, ਥੋੜਾ ਜਿਹਾ ਟੈਕਨੀਕਲ ਵੀ ਹੈ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਦੇਖੋ ਆਰਾਮ ਨਾਲ, ਆਪਾਂ ਕੀ ਦੇਖਣਾ ਹੈ, ਆਪਾਂ ਨੂੰ ਇੰਨਾ ਪਤਾ ਕਿ ਜਿਹੜੀ ਅਰਥ ਰੋਟੇਟ ਕਰਦੀ ਹੈ, ਰਾਈਟ, ਅਰਥ ਇਜ਼ ਰੋਟੇਟਿੰਗ ਅਰਾਊਂਡ ਇਟ ਐਕਸਿਸ, ਇਹ 24 ਆਵਰਸ ਦੇ ਵਿੱਚ ਰੋਟੇਟ ਕਰਦੀ ਹੈ, ਇੰਨਾ ਤਾਂ ਆਪਾਂ ਸਭ ਨੂੰ ਪਤਾ ਹੈ ਨਾ, ਬਿਲਕੁਲ ਸਹੀ ਗੱਲ। ਤਾਂ ਜੇ ਆਪਾਂ ਗੱਲ ਕਰੀਏ 24 ਆਵਰਸ, ਜੇ ਮੈਂ ਕਹਾਂ ਕਿ ਰੋਟੇਸ਼ਨ ਦੀ ਲੈਟਸ ਸੇ ਕਿੰਨੀ ਡਿਗਰੀ ਰੋਟੇਟ ਕਰ ਰਹੀ ਹੈ, ਤਾਂ ਜਿਹੜੇ ਪੁਆਇੰਟ ਤੋਂ ਸਟਾਰਟ ਹੋਈ ਸੀਗੀ, ਰੋਟੇਟ ਕਰਕੇ ਘੁੰਮ ਕੇ ਉੱਥੇ ਉਸੇ ਪੁਆਇੰਟ ਤੇ ਦੁਬਾਰਾ ਆਣਾ। ਤਾਂ ਰੋਟੇਸ਼ਨ ਕਿੰਨੇ ਡਿਗਰੀ ਦੀ ਹੋਈ ਹੈ, ਰੋਟੇਸ਼ਨ ਹੁੰਦੀ ਹੈ ਜੀ 360 ਡਿਗਰੀਜ਼ ਦੀ। 360 ਡਿਗਰੀ ਦੀ ਰੋਟੇਸ਼ਨ ਹੋ ਰਹੀ ਹੈ ਕਿੰਨੇ, 24 ਘੰਟਿਆਂ ਦੇ ਵਿੱਚ। ਆਲਰਾਈਟ। ਤੇ ਜੇ ਮੈਂ ਕਹਾਂ ਕਿ ਫਿਰ 1 ਘੰਟੇ ਦੇ ਵਿੱਚ ਕਿੰਨੇ ਡਿਗਰੀ ਰੋਟੇਟ ਹੋ ਰਹੀ ਹੈ, ਤਾਂ ਤੁਸੀਂ ਕਹੋਗੇ ਸਰ ਅਸੀਂ ਡਿਵਾਈਡ ਕਰ ਲੈਂਦੇ ਹਾਂ, ਪਰ ਸਾਨੂੰ ਲੱਗ ਰਿਹਾ ਕਿ ਤੁਸੀਂ ਸਾਡੀ ਸੀ ਸੈਟ ਦੀ ਕਲਾਸ ਲੈ ਰਹੇ ਹੋ। ਮੈਂ ਸੀ ਸੈਟ ਦੀ ਕਲਾਸ ਨਹੀਂ ਲੈ ਰਿਹਾ। 360 ਡਿਵਾਈਡਡ ਬਾਈ 24 ਕਰਾਂਗੇ ਤਾਂ ਆਪਾਂ ਕਹਿੰਦੇ ਹਾਂ ਕਿ 15 ਡਿਗਰੀ 1 ਘੰਟੇ ਦੇ ਵਿੱਚ ਅਰਥ 15 ਡਿਗਰੀ ਘੁੰਮ ਰਹੀ ਹੈ ਐਵੇਂ। ਤਾਂ ਪਹਿਲੀ ਸਟੇਟਮੈਂਟ ਪੜੋ ਜ਼ਰਾ। When traveling eastward from prime meridian, you gain time as each 15 degree longitude cross adds 1 hour to the local time compared to Greenwich mean time। ਹੁਣ Greenwich mean time ਕਿਹੜਾ ਹੈ, ਜੋ ਟਾਈਮ ਆਪਾਂ ਨੂੰ ਪਤਾ ਲੱਗ ਰਿਹਾ, ਜੋ Greenwich ਜਿਹੜੀ ਮੈਰੀਡੀਅਨ ਹੈਗੀ ਹੈ ਉਸ ਤੇ ਜੋ ਟਾਈਮ ਹੈਗਾ, ਉਹ ਇੱਕ ਰੈਫਰੈਂਸ ਦੇ ਤੌਰ ਤੇ ਆਪਾਂ ਯੂਜ਼ ਕਰ ਰਹੇ ਹਾਂ, ਰਾਈਟ। ਇਹ ਕਹਿ ਰਹੇ ਹਾਂ ਕਿ ਵੈਨ ਯੂ ਆਰ ਟਰੈਵਲਿੰਗ ਈਸਟਵਰਡ, ਯਾਨੀ ਕਿ ਆਪਾਂ ਦੇਖਦੇ ਹਾਂ ਕਿ ਆ ਦੇਖੋ, ਮੰਨ ਲਓ ਲੈਟਸ ਸੇ ਜਿੱਥੇ ਆ ਥੋੜਾ ਕੈਮਰਾ ਫੇਸ ਕਰ ਰਿਹਾ ਆ ਰਿਹਾ, ਇਹ ਗ੍ਰੀਨਵਿਚ ਲਾਈਨ ਜਾ ਰਹੀ ਹੈ। ਇਸ ਦਾ ਵੈਸਟ ਇਸ ਸਾਈਡ ਹੋ ਚੁੱਕਿਆ, ਇਸ ਦਾ ਈਸਟ ਇਸ ਸਾਈਡ ਹੋ ਚੁੱਕਿਆ। ਦੇ ਆਰ ਸੇਇੰਗ ਜਦ ਤੁਸੀਂ ਈਸਟ ਵਾਲੇ ਪਾਸੇ ਜਾ ਰਹੇ ਹੋ, ਯਾਨੀ ਕਿ ਲੰਡਨ ਤੋਂ ਤੁਸੀਂ ਟੂਵਰਡਸ ਇੰਡੀਆ ਆ ਰਹੇ ਹੋ, ਫॉर एवरी 15 ਡਿਗਰੀ ਯੂ ਕ੍ਰਾਸ ਤੁਸੀਂ 1 ਘੰਟਾ ਐਡ ਕਰਨ ਵਾਲੇ ਹੋ। ਇਹ ਗੱਲ ਸਹੀ ਹੈ ਜੀ। ਜੋ ਤੁਹਾਡੇ ਚੋਂ ਕੁਝ ਕ੍ਰਿਕਟ ਦੇ ਸ਼ੌਕੀਨ ਹੋਣਗੇ ਉਹ ਦੇਖਣਗੇ ਕਿ ਜਦੋਂ ਲੈਟਸ ਸੇ ਕ੍ਰਿਕਟ ਮੈਚ ਹੋ ਰਿਹਾ ਹੁੰਦਾ ਹੈ, ਆਪਣੇ ਉਰੇ ਕੀ ਹੋ ਚੁੱਕਿਆ ਹੁੰਦਾ, ਆਪਣੇ ਉਰੇ ਦੁਪਹਿਰ ਹੋ ਚੁੱਕੀ ਹੁੰਦੀ ਹੈ। ਟੈਸਟ ਮੈਚ ਦੀ ਗੱਲ ਕਰਾਂ ਤਾਂ ਉੱਥੇ ਸਵੇਰ ਹੋ ਰਹੀ ਹੁੰਦੀ ਹੈ, ਯਾਨੀ ਕਿ ਉਹਨਾਂ ਦੀ ਸਵੇਰ ਆਪਣੀ ਦੁਪਹਿਰ ਦੇ ਬਰਾਬਰ ਹੈ। ਆਪਣੇ ਸਵੇਰ ਹੋ ਚੁੱਕੀ, ਆਪਾਂ ਦੁਪਹਿਰ ਚ ਆ ਚੁੱਕੇ ਹਾਂ। ਲਗਭਗ 5-5.5 ਘੰਟੇ ਦਾ ਫਾਸਲਾ ਹੈਗਾ ਜੀ ਜੇ ਆਪਾਂ ਲੰਡਨ ਤੇ ਇੰਡੀਆ ਦੇ ਟਾਈਮ ਨੂੰ ਕੰਪੇਅਰ ਕਰੀਏ। ਕਿਉਂ? ਕਿਉਂਕਿ ਆਪਾਂ ਨਾ 75 ਡਿਗਰੀਜ਼ ਕੁਝ ਇਸ ਸਾਈਡ ਹੈ ਉਹਨਾਂ ਤੋਂ। ਸੋ ਬਾਈ ਦੈਟ ਵੇ ਆਪਾਂ ਗੱਲ ਕਰਨ ਲੱਗੇ ਹਾਂ ਉਰੇ ਕਿ ਆਪਸ਼ਨ 1 ਜਿਹੜਾ ਹੈਗਾ ਸਹੀ ਹੈ ਕਿ ਨਹੀਂ। ਬਿਲਕੁਲ ਸਹੀ ਗੱਲ ਹੈ ਜੀ। ਯੂ ਐਡ 1 ਆਰ ਟੂ ਦ ਲੋਕਲ ਟਾਈਮ ਕੰਪੇਅਰ ਟੂ ਦ ਗ੍ਰੀਨਵਿਚ ਟਾਈਮ ਵੈਨ ਟਰੈਵਲਿੰਗ ਵੈਸਟਵਰਡ। ਇਸ ਸਾਈਡ ਦੀ ਗੱਲ ਕਰ ਰਹੇ ਹਾਂ prime meridian, you lose time as each 15 degree of longitude crossed subtracts 1 hour
from the local time compared to the Greenwich time। ਹੁਣ ਉਲਟਾ ਸੋਚੋ ਤਰਾ, ਹੁਣ ਆਪਾਂ ਇੰਡੀਆ ਨੂੰ ਸੋਚ ਰਹੇ ਹਾਂ, ਇੰਡੀਆ ਤੋਂ ਇਸ ਸਾਈਡ ਜਾਣ ਦੀ ਕੋਸ਼ਿਸ਼ ਕਰ ਰਹੇ, ਜਿੰਨਾ ਆਪਾਂ ਇਸ ਸਾਈਡ ਜਾਵਾਂਗੇ ਤਾਂ ਉਹਨਾਂ ਆਪਾਂ 1 ਘੰਟਾ ਸਬਟਰੈਕਟ ਕਰਦੇ ਜਾਵਾਂਗੇ, ਰਾਈਟ। ਉਹੀ ਐਗਜ਼ਾਮਪਲ ਕ੍ਰਿਕਟ ਵਾਲਾ ਐਗਜ਼ਾਮਪਲ ਸੋਚੋ, ਬ੍ਰਿਟੇਨ ਵਾਲਾ ਐਗਜ਼ਾਮਪਲ ਸੋਚੋ, ਤਾਂ ਵਿਚ ਆਫ ਦ ਫੋਲੋਇੰਗ ਸਟੇਟਮੈਂਟਸ ਆਰ ਇਨਕਰੈਕਟ ਪੁੱਛਿਆ ਗਿਆ ਜੀ ਉਰੇ, ਨੀਦਰ 1 nor 2, ਕਿਉਂਕਿ ਦੋਨੋਂ ਸਟੇਟਮੈਂਟਸ ਜਿਹੜੀ ਹੈਗੀਆਂ ਸਹੀ ਸਟੇਟਮੈਂਟਸ ਨੇ। Next, consider the following statements regarding the Tropic of Cancer and Tropic of Capricorn. Now, Tropic of Cancer, located at approximately 23.5 degree north of the equator, is the northernmost latitude where sun can appear directly overhead. Very important. Significance इस चीज दी है, देखो जरा, जब आप कमा रहे हैं इस गल पूरी, देखो 0 degree equator, then we have 23.5 degree, that is Tropic of Cancer, we have 23.5 degree, that is Tropic of Capricorn। ਹੁਣ ਆਪਾਂ ਨੂੰ 23.5 ਡਿਗਰੀ ਕਹਿਣ ਦੀ ਲੋੜ ਕੀ ਪਈ, 23.5 ਡਿਗਰੀ ਨਾਰਥ ਕਹਿਣ ਦੀ ਲੋੜ ਕੀ ਪਈ, 23.5 ਡਿਗਰੀ ਸਾਊਥ ਕਹਿਣ ਦੀ ਲੋੜ ਕੀ ਪਈ? ਲੋੜ ਇਹ ਪਈ ਕਿ ਯਾਰ ਇਸ ਲੈਟੀਟਿਊਡ ਦੇ ਉੱਤੇ ਕਦੇ ਵੀ ਸਨ ਦੀ ਜਿਹੜੀ ਰੇਜ਼ ਹੈ ਵਰਟੀਕਲੀ ਨਹੀਂ ਗਿਰਨਗੀਆਂ, ਵਰਟੀਕਲੀ ਕਦੇ ਵੀ ਨਹੀਂ ਗਿਰਨਗੀਆਂ ਜੀ, ਨਾ ਇਸ ਤੋਂ ਉੱਪਰ ਨਾ ਇਸ ਤੋਂ ਉੱਪਰ, ਇਸ ਸਾਈਡ ਕਦੇ ਵੀ ਨਹੀਂ। ਸਿਰਫ ਆਹ ਜਿਹੜਾ ਜ਼ੋਨ ਹੈਗਾ ਇਸੇ ਦੇ ਵਿੱਚ ਸਨ ਦੀ ਜਿਹੜੀ ਰੇਜ਼ ਹੈ ਉਹ ਵਰਟੀਕਲ ਹਿੱਟ ਕਰ ਸਕਦੀਆਂ ਓਵਰਹੈਡ, ਦੈਟਸ ਵਾਈ ਆਪਾਂ 23.5 ਡਿਗਰੀ ਨੂੰ ਮਾਰਕ ਕਰ ਰਹੇ ਹਾਂ ਉੱਥੇ। ਸੋ Tropic of Cancer, located approximately 23.5 degree north of the equator, is northernmost latitude where the sun can appear directly overhead, which occurs during the June summer solstice ਦੀ ਗੱਲ ਕਰਦੇ ਆ ਆਪਾਂ ਨਰਦਰਨ ਹੈਮੀਸਫੀਅਰ ਦੀ। ਬਿਲਕੁਲ ਸਹੀ ਗੱਲ ਹੈ, 21 of June ਦੀ ਆਪਾਂ ਗੱਲ ਕਰਦੇ ਆ। ਉਦੋਂ 21 of June ਨੂੰ ਕੀ ਹੋਣਾ ਹੈ, ਜਿਹੜੇ ਸਨ ਦੀ ਰੇਜ਼ ਹੈ ਬਿਲਕੁਲ ਪਰਪੈਂਡੀਕੂਲਰ ਹੋਣਗੀਆਂ ਕਿੱਥੇ, ਟ੍ਰੋਪਿਕ ਆਫ ਕੈਂਸਰ ਤੇ। ਆ ਉਰੇ ਜਦੋਂ ਦੁਪਹਿਰ ਨੂੰ ਸਨ ਆਊਗਾ ਤਾਂ ਬਿਲਕੁਲ ਸਿਰ ਦੇ ਉੱਪਰ ਆਊਗਾ, ਬਿਲਕੁਲ ਸਿਰ ਦੇ ਉੱਪਰ ਆਊਗਾ। ਜਦੋਂ ਸਿਰ ਦੇ ਉੱਪਰ ਆਊਗਾ ਤਾਂ ਪਰਛਾਵਾਂ ਬਿਲਕੁਲ ਪੈਰਾਂ 'ਚ ਆ ਜਾਣਾ, ਕੋਈ ਸ਼ੈਡੋ ਨਹੀਂ ਹੋਣੀ ਉਸ ਟਾਈਮ ਤੇ, ਰਾਈਟ। ਇਹੀ ਲੌਂਗੈਸਟ ਡੇ ਵੀ ਹੁੰਦਾ ਆਪਣੇ, ਤੇ ਉਲਟਾ ਹੁੰਦਾ ਜਦੋਂ ਆਪਾਂ ਵਿੰਟਰ ਸੋਲਸਟਿਸ ਦੀ ਗੱਲ ਕਰਦੇ ਆ, ਜੋ ਕਿ ਕਿੱਥੇ ਹੋਣੀ ਹੈ, ਟ੍ਰੋਪਿਕ ਆਫ ਕੈਪਰੀਕੌਰਨ ਦੇ ਕੇਸ ਵਿੱਚ। ਆਉਰੇ 23 ਦਸੰਬਰ ਦੇ ਆਸ-ਪਾਸ, 23 ਦਸੰਬਰ ਦੇ ਆਸ-ਪਾਸ ਦੇ ਹੈਵ the longest day in the southern hemisphere, ਉਹਦੇ corresponding winters ਹੋਈ ਹੁੰਦੀ ਹੈ northern hemisphere ਦੇ ਵਿੱਚ। Now the Tropic of Capricorn, located approximately 23.5 degrees south of equator, is the southernmost latitude where sun can appear directly overhead, which occurs during the December solstice in the southern hemisphere. This is also correct, ਹੁਣੇ ਆਪਾਂ discuss ਕੀਤਾ। Third statement, these tropics define the boundaries of the tropical climate zone where sun's rays are most direct year round। ਸਭ ਤੋਂ ਜ਼ਿਆਦਾ ਸਨਲਾਈਟ ਕਿੱਥੇ ਪੈਂਦੀ ਹੈ ਯਾਰ, ਇਸੇ ਏਰੀਆ ਦੇ ਵਿੱਚ ਪੈਂਦੀ ਹੈ। ਆ ਦੇਖੋ ਜਿਹੜਾ ਆਪਾਂ ਹੁਣੇ ਮਾਰਕ ਕੀਤਾ, ਆਹ ਤਾਂ ਸਟੇਟਮੈਂਟ ਕਿਹੜੀ ਸਹੀ ਹੈ, ਤਿੰਨੋਂ ਸਟੇਟਮੈਂਟ ਸਹੀ ਹੈ। ਕਰੈਕਟ ਆਂਸਰ ਵੀ ਕੀ ਹੈ, 1 2 ਐਂਡ 3। ਨੈਕਸਟ, ਵਿਚ ਆਰ ਦ ਫੋਲੋਇੰਗ ਰਿਵਰਸ ਕ੍ਰਾਸ ਦ ਇਕੁਏਟਰ ਟਵਾਈਸ। ਕਿਹੜੀ ਰਿਵਰ ਇਹਨਾਂ ਚੋਂ ਜਿਹੜੀ ਇਕੁਏਟਰ ਨੂੰ 2 ਵਾਰ ਕ੍ਰਾਸ ਕਰ ਰਹੀ ਹੈ, ਮਤਲਬ ਕਿ ਕੋਈ ਇੱਕ ਰਿਵਰ ਹੈ ਇਕੁਏਟਰ ਕੁਛ ਐਂ ਪਾਸ ਕਰ ਰਿਹਾ, ਉਹ ਇੱਕ ਵਾਰ ਲੱਤ ਸੇ ਐਂ ਕ੍ਰਾਸ ਕਰ ਰਹੀ ਹੈ ਤੇ ਦੂਜੀ ਵਾਰ ਐਂ ਕ੍ਰਾਸ ਕਰਕੇ ਨਿਕਲ ਰਹੀ ਹੈ। It is crossing the equator twice. The correct answer is Congo, river Congo, Democratic Republic of Congo जो निकलती है, then it forms the border between Congo and DRC and then it drains into Atlantic Ocean. So Amazon ਜਿਹੜੀ river ਹੈਗੀ ਹੈ, ਬ੍ਰਾਜ਼ੀਲ ਦੀ river ਹੈਗੀ ਹੈ, ਇਹ ਇਕੁਏਟਰ ਨੂੰ ਕ੍ਰਾਸ ਕਰਦੀ ਹੈ, ਇੱਕ ਵਾਰ ਕਰਦੀ ਹੈ। ਨਾਈਲ ਵੀ ਇੱਕ ਵਾਰ ਕਰਦੀ ਹੈ, ਨਾਈਜਰ ਜਿਹੜੀ ਹੈਗੀ ਹੈ ਤਾਂ ਵੈਸੇ ਇਕੁਏਟਰ ਤੋਂ ਉੱਤੇ ਹੈ। ਸੋ ਤੁਸੀਂ ਰਿਵਰ ਕੌਂਗੋ ਤੇ ਟਿਕ ਲਗਾਉਣਾ। ਰਿਵਰ ਕੌਂਗੋ ਬਾਰੇ ਤੁਸੀਂ ਮੈਂ ਚਾਹੁੰਦਾ ਕਿ ਇਹ ਜਿੰਨੀ 4 ਰਿਵਰਸ ਮੈਂ ਕਹੀਆਂ ਹੋਈਆਂ, ਇਨਫੈਕਟ ਪਹਿਲੀ ਜਿਹੜੀ 3 ਹੈਗੀਆਂ ਇਹਨਾਂ ਬਾਰੇ ਤਾਂ ਤੁਸੀਂ ਨੋਟਸ ਵੈਸੇ ਹੀ ਬਣਾ ਲਓ, ਦੇ ਆਰ ਵੈਰੀ ਇੰਪੋਰਟੈਂਟ ਰਿਵਰਸ। ਕਿ ਇਹਨਾਂ ਵਿੱਚੋਂ ਲੈਟਸ ਲਾਰਜੈਸਟ ਕਿਹੜੀ ਹੈ, ਉਹ ਤੁਹਾਨੂੰ ਪਤਾ ਹੋਗਾ ਐਮਾਜ਼ਨ। ਸੈਕਿੰਡ ਲਾਰਜੈਸਟ ਕਿਹੜੀ ਹੈ, ਤੁਸੀਂ ਸਰਚ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਅੱਛਾ ਇਹਨਾਂ ਤਿੰਨਾਂ ਚੋਂ ਕਿ ਸੈਕਿੰਡ ਲਾਰਜੈਸਟ। ਫਿਰ ਤੁਸੀਂ ਦੇਖੋਗੇ ਲੌਂਗੈਸਟ ਰਿਵਰ ਕਿਹੜੀ ਹੈ, ਦੈਨ ਯੂ ਵਿਲ ਸੀ ਅੱਛਾ ਇਹਨਾਂ ਚੋਂ ਹੀ ਕੋਈ ਇੱਕ ਰਿਵਰ ਲੌਂਗੈਸਟ ਵੀ ਹੈਗੀ ਹੈ। ਫਿਰ ਜੇ ਵਾਈਲਡ ਆਪਾਂ ਨਾਈਲ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਫਿਰ ਆਪਾਂ ਤੁਸੀਂ ਵਾਈਟ ਨਾਈਲ ਬਾਰੇ ਵੀ ਪੜ੍ਹਨਾ, ਬਲੂ ਨਾਈਲ ਬਾਰੇ ਵੀ ਪੜ੍ਹਨਾ, ਰਾਈਟ। ਇਹ ਸਾਰੀ ਚੀਜ਼ਾਂ ਇੰਪੋਰਟੈਂਟ ਹੈ, ਇਸੇ ਲਈ ਮੈਂ ਇਸ ਆਪਸ਼ਨ ਦੇ ਵਿੱਚ ਪਾਈਆਂ, ਨਹੀਂ ਮੈਂ ਚਾਹੁੰਦਾ ਤਾਂ ਕੋਈ ਹੋਰ ਰੈਂਡਮ ਰਿਵਰ ਵੀ ਪਾ ਸਕਦਾ ਸੀ। ਸੋ ਲੈਟਸ ਮੂਵ ਔਨ ਟੂ ਦ ਨੈਕਸਟ ਕੁਐਸਚਨ। Consider the following countries: India, Mexico, Brazil. How many of the above countries does the Tropic of Cancer pass through? Tropic of Cancer ਕਿਹੜੇ ਕੰਟਰੀਜ਼ ਚੋਂ ਪਾਸ ਕਰਦਾ ਹੈ? ਜੇ ਤੁਸੀਂ 2015 ਦਾ PPSC ਦਾ ਪ੍ਰੀਲਿਮਸ ਐਗਜ਼ਾਮ ਚੱਕ ਕੇ ਦੇਖੋਗੇ, 18 ਦਾ ਪੇਪਰ ਦਾ ਚੱਕ ਕੇ ਦੇਖੋਗੇ, ਯੂ ਵਿਲ ਰਿਅਲਾਈਜ਼ ਕਿ ਯਾਰ ਐਸੇ ਕੁਐਸਚਨ ਬਹੁਤ ਪੁੱਛੇ ਜਾਂਦੇ ਆ, ਡਾਇਰੈਕਟ ਹਿੱਟ ਹੈ ਇਹ। ਤੁਸੀਂ ਕਹੋਗੇ ਸਰ ਹੁਣ ਸਾਨੂੰ ਇੰਨਾ ਯਾਦ ਕਰਨਾ ਪੈਣਾ,
ਸੀ ਇਟਸ ਆਲਵੇਸ ਬੈਟਰ ਕਿ ਆਪਾਂ ਉਹ ਚੀਜ਼ਾਂ ਯਾਦ ਕਰੀਏ ਜੋ ਪੇਪਰ 'ਚ ਪੁੱਛੀਆਂ ਜਾ ਸਕਦੀਆਂ। ਆਈ ਐਮ ਨਾਟ ਇਨਕਰੇਜਿੰਗ ਯੂ ਟੂ ਲੈਟਸ ਸੇ ਕ੍ਰੈਮ ਫॉर एग्जांपल ਲੈਟਸ ਸੇ ਬੁੱਧਿਜ਼ਮ ਦੀਆਂ 20 ਕਿਤਾਬਾਂ ਹੈ, ਤੁਸੀਂ ਉਹ ਰਟਣੀਆਂ ਸ਼ੁਰੂ ਕਰਤੀਆਂ, ਉਹ ਵੈਸੇ ਵੀ ਕੋਈ ਹੋਰ ਕਿਤਾਬ ਪੁੱਛ ਲੈਣਗੇ। ਤਾਂ ਐਟਲੀਸਟ ਆਪਾਂ ਕ੍ਰਾਈਮ ਉਹ ਕੰਮ ਕਰੀਏ, ਉਹ ਇਨਫੋਰਮੇਸ਼ਨ ਕਰੀਏ ਜਿਹਦੇ ਹਾਈ ਚਾਂਸਸ ਦੇ ਪੇਪਰ 'ਚ ਪੁੱਛੇ ਜਾਣ ਦੇ। ਉਹ ਆਪਾਂ ਨੂੰ ਪਤਾ ਕਿਵੇਂ ਲੱਗ ਰਿਹਾ ਕਿਉਂਕਿ ਪਹਿਲਾਂ ਪੁੱਛੀ ਜਾ ਚੁੱਕੀ। ਤਾਂ ਇੰਡੀਆ, ਮੈਕਸੀਕੋ, ਬ੍ਰਾਜ਼ੀਲ ਦੇ ਬੇਸਿਸ ਤੇ ਆਪਾਂ ਦੇਖੀਏ ਜ਼ਰਾ ਕਿ ਟ੍ਰੋਪਿਕ ਆਫ ਕੈਂਸਰ ਕਿੱਥੋਂ ਪਾਸ ਹੁੰਦਾ ਜੀ। ਹਾਂਜੀ, ਸੋ ਮੈਂ ਦੇਖਾਂ ਤਾਂ ਬ੍ਰਾਜ਼ੀਲ ਜਿਹੜਾ ਹੈਗਾ, ਬ੍ਰਾਜ਼ੀਲ 'ਚ ਇਕੁਏਟਰ ਪਾਸ ਹੋ ਰਿਹਾ, ਠੀਕ ਹੈ। ਬ੍ਰਾਜ਼ੀਲ 'ਚ ਟ੍ਰੋਪਿਕ ਆਫ ਕੈਪਰੀਕॉर्न ਪਾਸ ਹੋ ਰਿਹਾ, ਬਟ ਟ੍ਰੋਪਿਕ ਆਫ ਕੈਂਸਰ ਨਹੀਂ ਪਾਸ ਹੋ ਰਿਹਾ। ਸੋ ਇਹਨੂੰ ਮੈਂ ਇਨਕਰੈਕਟ ਮਾਰਕ ਕਰਦਾ। ਇੰਡੀਆ ਐਂਡ ਮੈਕਸੀਕੋ ਇਜ਼ ਦ ਰਾਈਟ ਆਂਸਰ। ਸੋ ਦੀ ਆਂਸਰ ਇਜ਼ ਆਪਸ਼ਨ ਬੀ, 2 ਓਨਲੀ। ਇਸ ਤੋਂ ਇਲਾਵਾ ਤੁਹਾਨੂੰ ਬਾਕੀ ਜਿਹੜੇ ਕੰਟਰੀਜ਼ ਹੈਗੇ ਆ ਉਹਨਾਂ ਸਾਰਿਆਂ ਦਾ ਇੱਕ ਲਿਸਟ ਦੇ ਤੌਰ ਤੇ, ਇੱਕ ਨਿਮੋਨਿਕ ਦੇ ਫਾਰਮ ਵਿੱਚ ਤੁਸੀਂ ਯਾਦ ਕਰਕੇ ਰੱਖੋ ਕਿ ਕਿਹੜੇ ਕਿਹੜੇ ਕੰਟਰੀਜ਼ 'ਚ ਟ੍ਰੋਪਿਕ ਆਫ ਕੈਂਸਰ ਪਾਸ ਹੋ ਰਹੀ। ਫॉर एग्जांपल ਆਪਾਂ ਗੱਲ ਕਰੀਏ ਮੈਕਸੀਕੋ, ਬਹਾਮਾਸ, ਦੈਨ ਅਫਰੀਕਾ ਦੀ ਗੱਲ ਕਰੀਏ ਅਲਜੀਰੀਆ, इजिप्ट हो जाए, देन लाइबेरिया हो जाएगा, ठीक है, ਮੌਰੀਸ਼ਾਨਾ ਹੋ ਜਾਏਗਾ, ਮਾਲੀ ਹੋ ਜਾਏਗਾ। ਤਾਂ ਉਸ ਤੋਂ ਬਾਅਦ ਆਪਾਂ ਜੇ ਏਸ਼ੀਆ ਦੀ ਗੱਲ ਕਰੀਏ ਆਪਾਂ ਇਹਦੇ ਵਿੱਚ ਇੰਡੀਆ ਹੋ ਜਾਣਾ ਹੈ, ਦੈਨ ਵੀ ਹੈਵ ਓਮਾਨ, ਸਾਊਦੀ, UAE, ਚਾਈਨਾ, ਰਾਈਟ, ਬੰਗਲਾਦੇਸ਼, ਮਿਆਂਮਾਰ। ਇਹ ਸਾਰੇ ਹੈਗੇ ਕੰਟਰੀਜ਼ ਆਪਾਂ ਨੂੰ ਯਾਦ ਹੋਣੇ ਚਾਹੀਦੇ ਆ ਜੀ, ਰਾਈਟ। ਸੋ ਨੈਕਸਟ, consider the following countries: Brazil, Australia and Peru. How many of the above countries does Tropic of Capricorn pass through? ਕਿਹੜੇ ਕਿਹੜੇ ਕੰਟਰੀਜ਼ ਤੋਂ ਟ੍ਰੋਪਿਕ ਆਫ ਕੈਪਰੀਕॉर्न ਪਾਸ ਕਰਦੀ ਹੈ? ਅਗੇਨ ਪਹਿਲੇ ਵਾਲੇ ਫਾਰਮੈਟ ਨੂੰ ਚੱਕ ਕੇ ਆਪਾਂ ਕੁਐਸਚਨ ਬਣਾਇਆ ਹੋਇਆ, ਠੀਕ ਹੈ ਜੀ। ਦ ਰਾਈਟ ਆਂਸਰ ਇਨ ਦਿਸ ਕੇਸ ਇਜ਼ ਬ੍ਰਾਜ਼ੀਲ ਐਂਡ ਆਸਟ੍ਰੇਲੀਆ। ਪੇਰੂ ਇਜ਼ ਇਨਕਰੈਕਟ। ਸੋ ਆਪਸ਼ਨ 2 ਇਜ਼ ਕਰੈਕਟ। ਇਹਦੇ ਵੀ ਤੁਹਾਨੂੰ ਸਾਰੇ ਕੰਟਰੀਜ਼ ਪਤਾ ਹੋਣੇ ਚਾਹੀਦੇ ਕਿਹੜੇ ਕਿਹੜੇ ਤੋਂ ਪਾਸ ਹੋ ਰਹੀ ਹੈ, ਠੀਕ ਹੈ। ਜਿਵੇਂ ਆਪਾਂ ਗੱਲ ਕਰੀਏ ਸਾਊਥ ਅਮਰੀਕਾ ਦੇ ਵਿੱਚ ਪੇਰੂ ਤੋਂ ਪਾਸ ਨਹੀਂ ਹੋ ਰਹੀ, चिली तो पास हो गई, अर्जेंटीना तो हो जाएगी, पैराग्वे तो हो जाएगी, ब्राजील तो हो जाएगी। दैन आप अफ्रीका की गल करिए अगेन मैडागास्कर तो हो जाएगी, ठीक है। आप साउथ अफ्रीका की गल कर सकते हैं, बोत्सवाना की गल कर सकते हैं। फिर आप जो आप गल कर रहे हैं अगेन आस्ट्रेलिया के तो पास हो ही रही है। तो मैं कमेंट सैक्शन के चाहना कि तुम ये मैंने दसना है कि इक्वेटर किहड़े किहड़े कंट्रीज तो पास हो रही है, दैन ट्रॉपिक ऑफ कैंसर किहड़े किहड़े कंट्रीज तो पास हो रही है, ट्रॉपिक ऑफ कैप्रीकॉर्न किहड़े किहड़े कंट्रीज तो पास हो रही है। ਆਪਾਂ ਪਹਿਲਾਂ ਗ੍ਰੀਨਵਿਚ ਮੈਰੀਡੀਅਨ ਦੀ ਗੱਲ ਕੀਤੀ ਸੀਗੀ, ਉਹ ਵੀ ਕਿਹੜੇ ਕਿਹੜੇ ਕੰਟਰੀਜ਼ ਤੋਂ ਪਾਸ ਹੋ ਰਹੀ ਹੈ। ਇਸ ਤੋਂ ਇਲਾਵਾ ਜਿਹੜਾ ਨੈਕਸਟ ਕੁਐਸਚਨ ਆਉਣ ਵਾਲਾ ਹੈ ਉਹਦੇ ਵਿੱਚ ਆਪਾਂ ਇੰਟਰਨੈਸ਼ਨਲ ਡੇਟ ਲਾਈਨ ਦੀ ਗੱਲ ਕਰਾਂਗੇ, ਠੀਕ ਹੈ। ਉਹ ਵੀ ਮੈਂ ਪੁੱਛਣਾ ਚਾਹਨਾ ਤੁਹਾਡੇ ਤੋਂ, ਜਦੋਂ ਇੱਕ ਵਾਰੀ ਕੁਐਸਚਨ ਆਏ ਫਿਰ ਆਪਾਂ ਗੱਲ ਕਰਦੇ ਹਾਂ ਉਸ ਤੇ। ਨੈਕਸਟ, ਇਹ ਇੱਕ ਡਿਟੋ ਇਸ ਵਾਰ ਦਾ ਮੈਂ ਕਾਪੀ ਪੇਸਟ ਕੁਐਸਚਨ ਚੱਕਿਆ UPSC ਪ੍ਰੀਲਿਮਸ ਤੋਂ। क्वेश्चन पढ़ो। Consider the following statements: Anadir in Siberia and Nome in Alaska are a few kilometers away from each other, but when people are waking up and getting set for breakfast in these cities, it would be different days. ਕਹਿੰਦੇ ਦਿਨ ਅਲੱਗ-ਅਲੱਗ ਹੋ ਜਾਣੇ। ਇੱਕ ਸਾਈਬੇਰੀਆ ਦੀ ਗੱਲ ਕਰਤੀ ਤੇ ਇੱਕ ਅਲਾਸਕਾ ਦੀ ਗੱਲ ਕਰਤੀ। ਕੁਐਸਚਨ ਬਹੁਤ ਖੂਬਸੂਰਤ ਸੀਗਾ। ਸੈਕੰਡ ਸਟੇਟਮੈਂਟ, when it is Monday in Anadir, ਜੋ ਕਿ ਆਪਾਂ ਗੱਲ ਕਰ ਰਹੇ ਹਾਂ ਸਾਈਬੇਰੀਆ, when it is Monday in Siberia, it is Tuesday in Alaska। ਹੁਣ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਲਾਸਕਾ ਕਿੱਥੇ, ਠੀਕ ਹੈ। ਸੋਚਣੇ ਬੈਠੇ ਹੋਏ ਕਿ ਪਤਾ ਨਹੀਂ ਪਾਕਿਸਤਾਨ ਦੇ ਸਾਈਡ 'ਚ ਹੈ ਕਿੱਥੇ ਹੈ, ਨਹੀਂ। ਅਲਾਸਕਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਹੈ ਬਾਈ, US ਦੀ ਟੈਰੀਟਰੀ ਹੈ, ਰਾਈਟ। ਤਾਂ US ਦੇ ਕੋਲ ਹੋਣਾ ਅਲਾਸਕਾ, ਬਿਲਕੁਲ ਸੀਗਾ। ਸਾਈਬੇਰੀਆ ਕਿੱਥੇ ਹੈ? ਸਾਈਬੇਰੀਆ ਰਸ਼ੀਆ 'ਚ। ਤਾਂ ਸਾਈਬੇਰੀਆ ਤੇ ਆਪਾਂ ਅਲਾਸਕਾ ਦੇ ਵਿੱਚ ਦੀ ਗੱਲ ਕਰਨੀ ਹੈ ਤਾਂ ਉੱਥੇ ਨਾ ਇੱਕ ਜਗ੍ਹਾ ਹੈ ਜਿਹਦਾ ਨਾਮ ਹੈ ਬੈਰਿੰਗ ਸਟ੍ਰੇਟ, ਇਹਨਾਂ ਦੋਵਾਂ ਦੇ ਵਿਚਾਲੇ। ਤਾਂ ਉੱਥੋਂ ਇੱਕ ਤੁਹਾਡੀ ਲਾਈਨ ਪਾਸ ਹੋ ਰਹੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਇੰਟਰਨੈਸ਼ਨਲ ਡੇਟ ਲਾਈਨ। ਦਿਸ ਲਾਈਨ ਆਮ ਟਾਕਿੰਗ ਅਬਾਊਟ, ਦਿਸ ਸਾਈਡ ਇਟ ਇਜ਼ ਸਾਈਬੇਰੀਆ ਵਾਲਾ ਪਾਰਟ, ਦਿਸ ਸਾਈਡ ਇਟਸ ਅਲਾਸਕਾ। ਇਹਨਾਂ ਦੋਵਾਂ ਦੇ ਵਿੱਚੋਂ ਇੱਕ ਇੰਟਰਨੈਸ਼ਨਲ ਡੇਟ ਲਾਈਨ ਪਾਸ ਕਰ ਰਹੀ, ਜਿਹਨੂੰ ਤੁਸੀਂ ਕ੍ਰਾਸ ਕਰੋਗੇ, ਚਾਹੇ ਵੈਸਟ ਟੂ ਈਸਟ ਕ੍ਰਾਸ ਕਰੋ ਚਾਹੇ ਈਸਟ ਟੂ ਵੈਸਟ ਕ੍ਰਾਸ ਕਰੋ, ਡੇ ਚੇਂਜ ਹੋ ਜਾਏਗਾ। ਟਾਈਮ ਦੀ ਗੱਲ ਨਹੀਂ ਕਰ ਰਿਹਾ ਮੈਂ ਵੀਰੇ, ਮੈਂ ਡੇ ਚੇਂਜ ਹੋਣ ਦੀ ਗੱਲ ਕਰ ਰਿਹਾ। ਕਲੀਅਰ ਹੈ ਜੀ। ਤਾਂ ਇਹੀ ਕੰਸੈਪਟ ਨੂੰ ਯੂਜ਼ ਕੀਤਾ ਗਿਆ। ਤਾਂ ਉਹ ਕੀ ਕਹਿ ਰਿਹਾ ਪਹਿਲੀ ਸਟੇਟਮੈਂਟ ਦੇ ਵਿੱਚ ਕਿ ਯਾਰ ਸਾਈਬੇਰੀਆ यानी कि उरे, अलास्का यानी कि उरे, ठीक है। चाहे इकट्ठे ही हैं, ज़्यादा दूर नहीं है, बट उन्होंने विचों एक लाइन पास हो रही है, आप कह रहे हैं इंटरनेशनल डेट लाइन। when people are waking up and getting set for breakfast in these cities, it would be different days। बिल्कुल सही गल है जी, दिन अलग अलग होने वाले। ਹੁਣ दिन अलग अलग ਕਿਵੇਂ ਹੋਣ ਵਾਲੇ? ਸਿੰਪਲ ਆਪਾਂ ਦੇਖੋ ਇਸ ਗੱਲ ਨਾਲ ਸਹਿਮਤ ਆ ਸਾਰੇ ਕਿ ਕੱਲ ਆਪਾਂ ਗੱਲ ਕੀਤੀ ਸੀਗੀ ਰੈਟਰੋਗ੍ਰੇਡ ਤੇ ਪ੍ਰੋਗ੍ਰੇਡ ਮੋਸ਼ਨ ਦੀ, ਰਾਈਟ। ਤਾਂ ਦੋ ਪਲੈਨਟਸ ਨੇ ਜਿਹੜੇ ਰੈਟਰੋਗ੍ਰੇਡ ਮੋਸ਼ਨ ਦਿਖਾਉਂਦੇ ਆ, ਯੂਰੇਨਸ ਐਂਡ ਵੀਨਸ। ਤਾਂ ਜਿਹੜਾ ਅਰਥ ਹੈ ਉਹ ਦਾ ਪ੍ਰੋਗ੍ਰੇਡ ਮੋਸ਼ਨ ਦਿਖਾਉਂਦਾ। ਤਾਂ ਅਰਥ ਨਾ ਕਾਊਂਟਰ ਕਲੌਕਵਾਈਜ਼ ਘੁੰਮ ਰਿਹਾ, ਕੁਛ ਐਵੇਂ ਕਾਊਂਟਰ ਕਲੌਕਵਾਈਜ਼, ਯਾਨੀ ਕਿ ਤੁਸੀਂ ਉੱਪਰੋਂ ਦੇਖੋਗੇ ਤਾਂ ਉਲਟੀ ਡਾਇਰੈਕਸ਼ਨ ਵਿੱਚ ਘੁੰਮ ਰਿਹਾ,
ਘੜੀ ਦੀ ਡਾਇਰੈਕਸ਼ਨ 'ਚ ਨਹੀਂ ਘੁੰਮ ਰਿਹਾ, ਉਲਟੀ 'ਚ, ਕਾਊਂਟਰ ਕਲੌਕਵਾਈਜ਼, ਕੁਛ ਐਵੇਂ, ਕੁਛ ਇਸ ਤਰ੍ਹਾਂ। ਤਾਂ ਆਪਾਂ ਰੈਫਰੈਂਸ ਦੇ ਪਰਸਪੈਕਟਿਵ ਨਾਲ ਕੀ ਕੀਤਾ, ਆਪਾਂ ਦੇਖਿਆ ਕਿ ਯਾਰ ਇੰਟਰਨੈਸ਼ਨਲ ਡੇਟ ਲਾਈਨ ਆ ਰਹੀ, ਯਾਨੀ ਕਿ ਜਿਹੜੇ ਕੰਟਰੀਜ਼ ਇਹਦੇ ਨਾਲ ਹੈ, ਆ ਦੇਖੋ ਬਿਲਕੁਲ ਉਰੇ, ਠੀਕ ਹੈ, ਜਿਵੇਂ ਨਿਊਜ਼ੀਲੈਂਡ ਦੀ ਗੱਲ ਕਰ ਰਿਹਾ, ਆਸਟ੍ਰੇਲੀਆ ਦੀ ਗੱਲ ਕਰ ਰਿਹਾ, ਉਰੇ ਸਭ ਤੋਂ ਪਹਿਲਾਂ ਦਿਨ ਸ਼ੁਰੂ ਹੋਣ ਵਾਲਾ, ਉਰੇ ਸਭ ਤੋਂ ਪਹਿਲਾਂ ਦਿਨ ਸ਼ੁਰੂ ਹੋਊਗਾ, ਉਸ ਤੋਂ ਬਾਅਦ ਵਿੱਚ ਉਰੇ ਹੋਊਗਾ, ਬਾਅਦ ਵਿੱਚ ਉਰੇ ਹੋਊਗਾ, ਬਾਅਦ ਵਿੱਚ ਉਰੇ ਹੋਊਗਾ, ਉਸ ਤੋਂ ਬਾਅਦ ਉਰੇ ਹੋਊਗਾ, ਇਵੈਂਚੁਅਲੀ ਸਭ ਤੋਂ ਐਂਡ ਵਿੱਚ ਉਰੇ ਹੋਣਾ। ਫਿਰ ਉਰੇ ਇਸ ਸਾਈਡ ਅਲਾਸਕਾ ਵਾਲੀ ਸਾਈਡ ਆਪਾਂ ਗੱਲ ਕਰ ਰਹੇ, ਤਾਂ ਡੇ ਐਂਡ ਸਭ ਤੋਂ ਐਂਡ 'ਚ ਉਰੇ ਸ਼ੁਰੂ ਹੋਊਗਾ, ਸਭ ਤੋਂ ਪਹਿਲਾਂ ਉਰੇ ਸ਼ੁਰੂ ਹੋਣਾ ਹੈ। ਤਾਂ ਅਰਥ ਕੁਝ ਘੁੰਮ ਵੀ ਆਈ ਰਹੀ ਹੈ, ਦੇਖੋ ਜ਼ਰਾ ਕਿ ਸਾਹਮਣੇ ਲੈਟਸ ਸੇ ਆ ਤੁਹਾਡੀ ਸਕਰੀਨ ਦੇ ਸਾਹਮਣੇ ਕੀ ਹੈ, ਇੱਕ ਸਨ ਹੈ, ਰਾਈਟ। ਤਾਂ ਸਨ ਸਾਹਮਣੇ ਹੈ, ਯੂ ਹੈਵ ਦਿਸ ਪਲੇਸ ਵਿਚ ਇਜ਼ ਫੇਸਿੰਗ ਟੂਵਰਡਸ ਦਿਸ ਸਨ। ਅਗੇਨ ਆਈ ਐਮ ਟਾਕਿੰਗ ਅਬਾਊਟ ਲੈਟਸ ਸੇ ਨਿਊਜ਼ੀਲੈਂਡ। ਨਿਊਜ਼ੀਲੈਂਡ ਦੇ ਵਿੱਚ ਸਭ ਤੋਂ ਪਹਿਲਾਂ ਸਵੇਰ ਹੋ ਚੁੱਕੀ ਹੈ ਤੇ ਅਰਥ ਕੁਝ ਐ ਘੁੰਮਣਾ ਸ਼ੁਰੂ ਕਰ ਰਹੀ ਹੈ, ਆ ਦੇਖੋ। ਉਸ ਤੋਂ ਬਾਅਦ ਕੀ ਹੋਊਗਾ, ਨਿਊਜ਼ੀਲੈਂਡ ਦੇ ਵਿੱਚ ਦੁਪਹਿਰ ਹੋ ਜਾਣੀ ਹੈ, ਉਸ ਤੋਂ ਬਾਅਦ ਨਿਊਜ਼ੀਲੈਂਡ ਦੇ ਵਿੱਚ ਸ਼ਾਮ ਹੋ ਜਾਣੀ ਹੈ। ਅਗੇਨ ਹੁਣ ਤੁਸੀਂ ਦੇਖੋ ਆ ਜਿਹੜੀ ਸਵੇਰ ਹੋਣੀ ਹੁਣ ਕਿੱਥੇ ਹੋਣੀ ਹੈ, ਹੁਣ ਤੁਸੀਂ ਦੇਖੋਗੇ ਸਰ ਕਹੋਗੇ ਹਾਂ ਕੁਝ ਸਿੰਗਾਪੁਰ ਵਾਲੇ ਪਾਸੇ, ਐਗਜ਼ੈਕਟਲੀ ਸਿੰਗਾਪੁਰ ਵਿੱਚ ਦੁਪਹਿਰ, ਸਿੰਗਾਪੁਰ ਵਿੱਚ ਸ਼ਾਮ, ਦੈਨ ਇੰਡੀਆ ਦੇ ਵਿੱਚ ਸਵੇਰ, ਦੈਨ ਇੰਡੀਆ ਦੇ ਵਿੱਚ ਦੁਪਹਿਰ, ਇੰਡੀਆ ਦੇ ਵਿੱਚ ਸ਼ਾਮ, ਕੁਝ ਇਸ ਤਰ੍ਹਾਂ ਚੱਲ ਰਿਹਾ। ਆ ਦੇਖੋ ਸਿਸਟਮ ਚੱਲ ਰਿਹਾ, ਪੂਰਾ ਘੁੰਮ ਰਿਹਾ ਮੈਂ। ਤਾਂ ਉਰੇ ਤੁਸੀਂ ਦੇਖੋ ਕਿ ਦਿਨ ਸਭ ਤੋਂ ਪਹਿਲਾਂ ਸ਼ੁਰੂ ਹੋ ਚੁੱਕਿਆ, ਡੇ ਸ਼ੁਰੂ ਹੋ ਚੁੱਕਿਆ ਜੀ ਉਰੇ। ਇਵੈਂਚੁਅਲੀ ਡੇ ਸਭ ਤੋਂ ਐਂਡ ਵਿੱਚ ਕਦੋਂ ਸ਼ੁਰੂ ਹੋਊਗਾ, ਜਦੋਂ ਪੂਰਾ ਪਾਰਟ ਘੁੰਮ ਕੇ ਉਰੇ ਆਊਗਾ ਦੁਬਾਰਾ, ਆ ਦੇਖੋ, ਰਾਈਟ। ਤਾਂ 24 ਆਵਰਸ ਦੇ ਡੇ ਹੈ ਜੀ, ਉਸ ਤੋਂ ਜ਼ਿਆਦਾ ਤਾਂ ਨਹੀਂ ਹੋ ਸਕਦਾ। ਤਾਂ ਇਨਫੈਕਟਲੀ ਆਪਾਂ ਗੱਲ ਕਰੀਏ ਕਿ ਜਿਹੜਾ ਮੰਡੇ ਹੈਗਾ, ਜੇ ਉਹ ਸਾਈਬੇਰੀਆ ਦੇ ਵਿੱਚ ਮੰਡੇ ਚੱਲ ਰਿਹਾ ਨਾ, ਤਾਂ ਟਿਊਜ਼ਡੇ ਨੋਮ 'ਚ ਨਹੀਂ ਹੋ ਸਕਦਾ, ਕਿਉਂਕਿ ਟਿਊਜ਼ਡੇ ਤਾਂ ਹਲੇ ਆਊਗਾ, ਟਿਊਜ਼ਡੇ ਤਾਂ ਹਲੇ ਆਣਾ ਹੈ ਬਹੁਤ ਜ਼ਿਆਦਾ। ਨੋਮ ਦੇ ਵਿੱਚ ਤਾਂ ਹਲੇ ਪਿਛਲਾ ਦਿਨ ਚੱਲ ਰਿਹਾ, ਕਿਉਂਕਿ ਉਹਨੇ ਤਾਂ ਘੁੰਮ ਕੇ ਹਲੇ ਉੱਥੇ ਆਣਾ ਹੈ। ਤਾਂ ਨੋਮ ਦੇ ਵਿੱਚ ਕੀ ਚੱਲ ਰਿਹਾ ਹੋਊਗਾ, ਅਲਾਸਕਾ ਦੇ ਵਿੱਚ ਕੀ ਚੱਲ ਰਿਹਾ ਹੋਊਗਾ, ਉਰੇ ਤਾਂ ਜੀ ਸੰਡੇ ਚੱਲ ਰਿਹਾ ਹੋਊਗਾ, ਸੰਡੇ। ਤਾਂ ਮੰਡੇ ਕਿੱਥੇ ਹੈ, ਸਾਈਬੇਰੀਆ ਦੇ ਵਿੱਚ। ਸੰਡੇ ਕਿੱਥੇ ਹੋਊਗਾ, ਅਲਾਸਕਾ ਦੇ ਵਿੱਚ ਹੋਊਗਾ, ਰਾਈਟ। ਸੋ ਦ ਰਾਈਟ ਆਂਸਰ ਇਨ ਦਿਸ ਕੇਸ ਇਜ਼ ਆਪਸ਼ਨ ਏ ਓਨਲੀ। ਇਟ ਵਾਸ ਵੈਰੀ ਇੰਟਰਸਟਿੰਗ ਕੁਐਸਚਨ। ਤੇ ਜੇ ਤੁਹਾਨੂੰ ਨਹੀਂ ਸਮਝ ਆਇਆ ਤਾਂ ਵੀਡੀਓ ਨੂੰ ਪੌਜ਼ ਕਰਨਾ, ਜੋ ਮੈਂ ਸਾਰੀ ਗੱਲਾਂ ਕਹੀਆਂ ਉਹਨਾਂ ਦੇ ਇੱਕ ਵਾਰ ਨੋਟਸ ਬਣਾਉਣ, ਇਵੈਂਚੁਅਲੀ ਤੁਹਾਨੂੰ ਸਮਝ ਆ ਜਾਊਗਾ। ਨਹੀਂ ਤਾਂ ਕੋਈ ਦਿੱਕਤ ਨਹੀਂ, ਤੁਸੀਂ ਕਮੈਂਟ ਸੈਕਸ਼ਨ ਦੱਸ ਦਿਓ ਮੈਨੂੰ ਕਿ ਸਰ ਇਹ ਮੈਨੂੰ ਹਾਲੇ ਵੀ ਕਨਫਿਊਜ਼ਨ ਲੱਗ ਰਿਹਾ, ਆਪਾਂ ਅਗਲੀ ਵੀਡੀਓ ਵਿੱਚ ਉਹਨੂੰ ਵੀ ਕਲੀਅਰ ਕਰ ਦਾਂਗੇ। So thank you very much for your time. I believe this session was helpful for you. Stay positive and keep studying. Thank you very much. We'll meet tomorrow. Thank you.